ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਨੇ। ਅੱਜ ਦਾ ਪਾਵਨ ਪਵਿੱਤਰ ਮੁਖਵਾਕ ਸਾਹਿਬ ਦਾ ਅਮੁੱਲਾ ਸ਼ਬਦ, ਸਤਿਗੁਰਾਂ ਦੇ ਅਮੁੱਲੇ ਬੋਲ ਸੋਰਠ ਰਾਗ ਦੇ ਵਿੱਚੋਂ ਸਾਨੂੰ ਪ੍ਰਾਪਤ ਹੋਏ ਨੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪਵਿੱਤਰ ਅੰਗ 618 ਹੈ। ਰਾਗ ਸੋਰਠ ਹੈ। ਉਚਾਰਨ ਕਰਤਾ ਗੁਰੂ ਅਰਜਨ ਦੇਵ ਸਾਹਿਬ ਨੇ ਮਹਾਰਾਜ। ਅੱਜ ਦਾ ਸ੍ਰੀ ਮੁਖਵਾਕ ਸਾਹਿਬ ਸਾਨੂੰ ਸਰਵਣ ਕਰਵਾਇਆ ਹੈ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਜਿਹੜੇ ਸਿੰਘ ਸਾਹਿਬ ਗਿਆਨੀ ਮਲ ਸਿੰਘ ਜੀਆਂ ਦੇ ਫਰਜ਼ੰਦ ਹਨ, ਉਹਨਾਂ ਦੇ ਸੁਪੁੱਤਰ ਨੇ। ਇਹਨਾਂ ਦੀ ਰਸਨਾ ਤੋਂ ਆਪ ਜੀ ਨੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਸਾਹਿਬ ਸਰਵਣ ਕੀਤਾ ਹੈ। ਅੱਜ ਦੇ ਪਾਵਨ ਪਵਿੱਤਰ ਮੁਖਵਾਕ ਸਾਹਿਬ ਦੇ ਵਿੱਚ ਸਤਿਗੁਰੂ ਸਾਹਿਬ ਮਹਾਰਾਜ ਨੇ ਮਹਾਨ ਕਿਰਪਾ ਕੀਤੀ ਹੈ। ਬੜੀ ਰਹਿਮਤ ਕਰਦਿਆਂ ਹੋਇਆਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਾਹਮਣੇ ਅਸੀਂ ਕਿਵੇਂ ਫਰਿਆਦ ਕਰਨੀ ਆ, ਕਿਵੇਂ ਜੋਦੜੀ ਕਰਨੀ ਆ, ਆਪਣਾ ਕਿਹੜਾ ਪੱਖ ਉਹਦੇ ਸਾਹਮਣੇ ਰੱਖ ਕੇ ਤੇ ਫਿਰ ਅਸੀਂ ਜੋਦੜੀ ਕਰਨੀ ਆ। ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਹੁਕਮਨਾਮੇ 'ਚ ਜਾਚ ਦੱਸੀ ਆ। ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਅਸੀਂ ਬਹੁਤ ਥਾਵਾਂ ਤੇ ਇਹ ਚੀਜ਼ਾਂ ਵੇਖਦੇ ਹਾਂ ਕਿ ਸਤਿਗੁਰੂ ਸਾਹਿਬ ਮਹਾਰਾਜ ਸਾਨੂੰ ਸਮਝਾਉਣ ਦੇ ਲਈ ਉਹ ਤਰੀਕਾ ਵਰਤਦੇ ਆ, ਜਿਹੜਾ ਤਰੀਕਾ ਇੱਕ ਬਾਪ ਆਪਣੇ ਬੱਚੇ ਨੂੰ ਉੱਚਾ ਚੁੱਕਣ ਦੇ ਵਾਸਤੇ ਵਰਤਦਾ ਹੈ। ਬੜੇ ਧਿਆਨ ਦੇ ਨਾਲ ਇਹ ਗੱਲ ਸਮਝਣ ਦਾ ਯਤਨ ਕਰਾਂਗੇ ਤੇ ਇਹ ਵੀ ਜ਼ਰੂਰ ਫਰਿਆਦ ਕਰਾਂਗਾ ਕਿ ਸ਼ਬਦ ਨੂੰ ਕੱਢ ਕੇ ਪੜ੍ਹਨ ਦਾ ਵੀ ਯਤਨ ਆਪਾਂ ਜ਼ਰੂਰ ਕਰੀਏ ਕਿ ਅੱਜ ਦੇ ਹੁਕਮਨਾਮਾ ਸਾਹਿਬ ਜੋ ਸਤਿਗੁਰੂ ਜੀ ਸਾਨੂੰ ਬਖਸ਼ਦੇ ਆ, ਉਹਦੇ ਅੱਖਰਾਂ ਵੱਲ ਵੀ ਥੋੜ੍ਹਾ ਜਿਹਾ ਧਿਆਨ ਆਪਾਂ ਨੂੰ ਜ਼ਰੂਰ ਦੇਣਾ ਚਾਹੀਦਾ, ਤਾਂ ਕਿ ਸਾਨੂੰ ਹੋਰ ਸੁਖੈਨ ਚੰਗੇ ਤਰੀਕੇ ਦੇ ਨਾਲ ਸਮਝ ਪੈ ਜਾਏ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਜਿਹੜਾ ਤਰੀਕਾ ਵਰਤਿਆ ਹੈ, ਉਹ ਤਰੀਕਾ ਇਹ ਹੈ ਕਿ ਜਿਵੇਂ ਕਿਸੇ ਬੱਚੇ ਨੂੰ ਉਹਦੇ ਬਾਪ ਨੇ ਉੱਚਾ ਚੁੱਕਣਾ ਹੋਵੇ, ਉਹਦੇ ਵਾਸਤੇ ਬਾਪ ਨੂੰ ਕੀ ਕਰਨਾ ਪੈਂਦਾ ਹੈ? ਉਹਦੇ ਵਾਸਤੇ ਬਾਪ ਹੇਠਾਂ ਝੁਕਦਾ ਆ, ਹੇਠਾਂ ਝੁਕ ਕੇ ਆਪਣੇ ਬੱਚੇ ਨੂੰ ਬਾਹਾਂ ਤੋਂ ਪਕੜਦਾ ਹੈ ਤੇ ਬਾਹਾਂ ਤੋਂ ਪਕੜ ਕੇ ਤੇ ਕਈ ਵਾਰੀ ਆਪਣਿਆਂ ਮੋਢਿਆਂ ਤੇ ਬਿਠਾ ਲੈਂਦਾ ਹੈ ਤੇ ਬੱਚਾ ਕਹਿੰਦਾ ਮੈਂ ਆਪਣੇ ਪਿਤਾ ਨਾਲੋਂ, ਆਪਣੇ ਪਾਪਾ ਨਾਲੋਂ ਵੀ ਉੱਚਾ ਹੋ ਗਿਆ, ਮੈਂ ਤੁਹਾਡੇ ਨਾਲੋਂ ਵੱਡਾ ਹੋ ਗਿਆ। ਪਰ ਉਹਦੇ ਵਾਸਤੇ ਪਿਤਾ ਨੂੰ ਕੀ ਕਰਨਾ ਪਿਆ? ਉਹਦੇ ਵਾਸਤੇ ਪਿਤਾ ਨੂੰ ਪਹਿਲਾਂ ਝੁਕਣਾ ਪਿਆ। ਉਹ ਨੀਵੇਂ ਹੋ ਕੇ ਹੀ ਆਪਣੇ ਬੱਚੇ ਨੂੰ ਤਾਂ ਚੁੱਕ ਸਕਦੇ, ਉਸ ਤੋਂ ਇਲਾਵਾ ਮਾਪਿਆਂ ਕੋਲ ਹੋਰ ਕੋਈ ਤਰੀਕਾ ਨਹੀਂ ਆ। ਬੰਦਾ ਹੇਠਾਂ ਹੋਵੇਗਾ, ਬੱਚੇ ਨੂੰ ਫੇਰ ਹੀ ਉਹ ਕਲਾਵੇ ਚ ਲਵੇਗਾ, ਕੋਈ ਜਿਹੜਾ ਬੱਚਾ ਛੋਟਾ ਕੋਈ 2-3 ਸਾਲ ਦਾ ਹੈ। ਇੱਕ ਤਰੀਕਾ ਇਹ ਹੈ। ਦੂਜਾ ਤਰੀਕਾ, ਕਿਉਂਕਿ ਆਪਾਂ ਇਹਨੂੰ ਬੜੇ ਢੰਗ ਦੇ ਨਾਲ ਸਮਝਣ ਦਾ ਯਤਨ ਕਰਨਾ ਹੈ ਕਿ ਕੋਈ ਗੱਲ ਸਾਡੇ ਤੋਂ ਮਿਸ ਨਾ ਹੋ ਜਾਏ, ਅਸੀਂ ਸਮਝ ਸਕੀਏ ਜੋ ਪਾਵਨ ਉਪਦੇਸ਼ ਵਿਚਾਰ ਰਹੇ ਹਾਂ। ਇਹਦੇ 'ਚ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਨੇ ਆਪਣੇ ਆਪ ਨੂੰ ਬੜਾ ਦੀਨ, ਬੜਾ ਪਾਪੀ ਦੇ ਰੂਪ ਵਿੱਚ, ਕਿਉਂਕਿ ਸਾਨੂੰ ਸਮਝਾਉਣਾ ਹੈ ਨਾ, ਆਪ ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਰੱਬੀ ਬਾਣੀ ਦਾ ਬੋਲਿਆ ਕਿ ਜਬ ਲਓ ਨਹੀਂ ਭਾਗ ਲਿਲਾਰ ਉਦੈ ਤਬ ਲਓ ਭ੍ਰਮਤੇ ਫਿਰਤੇ ਬਹੁਤਾਇਓ ਕਲ ਘੋਰ ਸਮੁਦਰ ਮਹਿ ਬੂਢਤ ਥੇ ਕਬਹੂ ਮਿਟ ਹੈ ਨਹੀਂ ਰੇ ਪਛੁਤਾਇਓ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੌਣ ਗਰਭ ਨ ਆਇਓ। ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਉਹ ਤੇ ਪ੍ਰਤੱਖ ਹਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੋਲ ਨੇ ਜੀ ਇਹ ਸਵਈਆਂ ਦੇ ਵਿੱਚ। ਉਹ ਤੇ ਆਪ ਪਰਮੇਸ਼ਰ ਦਾ ਰੂਪ ਨੇ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ। ਤੇ ਮੇਰੇ ਸਾਹਿਬਾਂ ਦੀ ਨਿਰਮਾਣਤਾ ਵੇਖੋ, ਮੇਰੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਨਿਮਰਤਾ ਵੇਖੋ, ਅੱਜ ਦੇ ਸ਼ਬਦ ਵਿੱਚ ਸਾਫ਼ ਝਲਕੇਗੀ। ਪਰ ਇਹ ਤਰੀਕਾ ਉਹ ਵਰਤਿਆ ਜਾ ਰਿਹਾ ਜਿਵੇਂ ਕਿਸੇ ਬੱਚੇ ਨੂੰ ਚੁੱਕਣ ਦੇ ਲਈ, ਉੱਚਾ ਚੁੱਕਣ ਦੇ ਲਈ ਉਹਦਾ ਪਿਤਾ ਝੁਕਦਾ ਆ। ਹੋਰ ਸੌਖਾ ਸਮਝ ਲਈਏ ਥੋੜ੍ਹਾ ਜਿਹਾ, ਜਦੋਂ ਆਪਾਂ ਕਿਸੇ ਸਕੂਲ ਵਿੱਚ ਪੜ੍ਹਦੇ ਸੀ, ਜਦੋਂ ਅਸੀਂ ਵਿੱਦਿਆ ਗ੍ਰਹਿਣ ਕਰਨੀ ਸ਼ੁਰੂ ਕੀਤੀ, ਉਹ ਕੋਈ ਵੀ ਸੰਸਥਾ ਹੋ ਸਕਦੀ, ਕਿਸੇ ਵੀ ਦੇਸ਼ ਵਿੱਚ ਹੋ ਸਕਦੀ ਆ। ਹੁਣ ਜਿਹੜਾ ਟੀਚਰ ਬਲੈਕ ਬੋਰਡ ਦੇ ਉੱਤੇ ਸਾਨੂੰ ਸਮਝਾ ਰਿਹਾ, ਕੁਝ ਲਿਖ ਰਿਹਾ ਹੈ, ਕਈ ਵਾਰੀ ਬੱਚੇ ਨੂੰ ਸਮਝਾਉਣ ਵਾਸਤੇ ਉਹਦਾ ਜਿਹੜਾ ਟੀਚਰ, ਉਹਦਾ ਜਿਹੜਾ ਅਧਿਆਪਕ ਆ, ਉਹਦਾ ਜਿਹੜਾ ਗੁਰੂ ਵੀ ਆਪਾਂ ਕਹਿ ਦਿੰਦੇ ਹਾਂ, ਜਿਹਦੇ ਕੋਲੋਂ ਆਪਾਂ ਕੁਝ ਸਿੱਖਦੇ ਹਾਂ ਉਹਨੂੰ ਗੁਰੂ ਕਿਹਾ ਜਾਂਦਾ ਹੈ, ਜਿਹਦੇ ਕੋਲੋਂ ਕੁਝ ਗੁਣ ਸਿੱਖਿਆ ਜਾਂਦਾ ਉਹਨੂੰ ਗੁਰੂ ਕਿਹਾ ਜਾਂਦਾ ਹੈ। ਪਰ ਸਾਡੇ ਇਸ ਗੁਰਮਤ ਫਿਲਾਸਫੀ ਦੇ ਵਿੱਚ ਗੁਰੂ ਉਹਨੂੰ ਆਖਿਆ ਜਾਂਦਾ ਹੈ ਜਿਹੜਾ ਇੱਕ ਜੀਵ ਆਤਮਾ ਨੂੰ ਹਨੇਰੇ ਚੋਂ ਕੱਢ ਕੇ ਤੇ ਪ੍ਰਕਾਸ਼ ਵਿੱਚ ਲੈ ਜਾਂਦਾ ਆ। ਗੁਰੂ ਗ੍ਰੀ ਧਾਤੂ ਦਾ ਸ਼ਬਦ ਆ ਇਹ। ਗੱਗੇ ਪੈਰ ਵਿੱਚ ਔਂਕੜ ਆ, ਰਾਰੇ ਨੂੰ ਦਲੈਂਕੜ ਨੇ। ਗੁਰੂ ਜਿਹੜਾ
ਹਨੇਰੇ ਤੋਂ ਪ੍ਰਕਾਸ਼ ਤੱਕ ਦਾ ਸਫ਼ਰ ਤੈਅ ਕਰਵਾਉਂਦਾ ਉਹਨੂੰ ਗੁਰੂ ਆਖਿਆ ਜਾਂਦਾ ਹੈ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ, ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ ਜਿਨੇ ਸਭ ਹਨੇਰੇ ਖਤਮ ਕਰ ਦਿੱਤੇ। ਜਿਹੜੀ ਬੇਨਤੀ ਕਰ ਰਹੇ ਹਾਂ ਕਿ ਟੀਚਰ ਬੱਚੇ ਨੂੰ ਸਿਖਾਉਣ ਵਾਸਤੇ, ਹੁਣ ਟੀਚਰ ਨੂੰ ABC ਤੇ ਆਉਂਦੀ ਹੈ ਨਾ, ਟੀਚਰ ਨੂੰ ਊੜਾ ਐੜਾ ਆਉਂਦਾ ਹੈ, ਉਹਨੂੰ ਆਪਣੇ ਵਿਸ਼ੇ ਬਾਰੇ ਪੂਰੀ ਜਾਣਕਾਰੀ ਆ, ਉਹਨੇ ਉਹਦੇ ਵਿੱਚ ਮੁਹਾਰਤ ਹਾਸਲ ਕੀਤੀ ਆ, ਤਾਂ ਹੀ ਉਸ ਵਿਸ਼ੇ ਵਾਸਤੇ ਉਹਨੂੰ ਚੁਣਿਆ ਗਿਆ ਤੇ ਉਹਨੂੰ ਰੱਖਿਆ ਗਿਆ ਹੈ ਅੱਗੇ ਸਟੂਡੈਂਟਸ ਨੂੰ ਪੜ੍ਹਾਉਣ ਵਾਸਤੇ। ਉਹ ਕਈ ਵਾਰੀ ਬੱਚਾ ਇਹ ਸਮਝਦਾ ਹੈ ਕਿ ਸ਼ਾਇਦ ਟੀਚਰ ਨੂੰ ਵੀ ਨਹੀਂ ਆਉਂਦਾ, ਉਹ ਵੀ ਮੇਰੇ ਨਾਲ ਨਾਲ ਸਿੱਖ ਰਿਹਾ ਹੈ। ਟੀਚਰ ਬੇਸ਼ੱਕ ਸਫ਼ਰ ਕਰ ਰਿਹਾ ਹੁੰਦਾ ਪਰ ਉਸ ਸਫ਼ਰ ਨੂੰ ਪਹਿਲਾਂ ਮੁਕੰਮਲ ਕਰ ਚੁੱਕਿਆ ਹੁੰਦਾ ਹੈ। ਇੱਕ ਬੱਚਿਆਂ ਦੀ ਬਾਂਹ ਫੜ ਕੇ, ਆਪਣੇ ਵਿਦਿਆਰਥੀਆਂ ਦੀ, ਆਪਣੇ ਸਟੂਡੈਂਟਸ ਦੀ ਬਾਂਹ ਫੜ ਕੇ ਉਹ ਨਾਲ ਨਾਲ ਤੁਰਦਾ ਤੇ ਉਹ ਫਿਰ ਨਵੇਂ ਸਿਰੇ ਤੋਂ ਸਫ਼ਰ ਦੀ ਸ਼ੁਰੂਆਤ ਕਰਦਾ, ਪਰ ਆਪ ਪਰਪੱਕ ਕੇ ਆਓ ਆਪਣੇ ਵਿਸ਼ੇ ਦੇ ਵਿੱਚ। ਹੁਣ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪ ਉਸ ਪਰਮੇਸ਼ਰ ਦਾ ਰੂਪ ਨੇ, ਕੋਈ ਸ਼ੱਕ ਹੀ ਨਹੀਂ ਹੈ। ਇੱਕ ਸਿੱਖ ਕਦੀ ਵੀ ਸ਼ੰਕਾ ਨਹੀਂ ਕਰ ਸਕਦਾ। ਇੱਕ ਸਿੱਖ ਦਾ ਤੇ ਇਹ ਵਿਸ਼ਵਾਸ ਆ ਕਿ ਪਾਰ ਬ੍ਰਹਮ ਗੁਰ ਨਾਹੀਂ ਭੇਦ, ਉਸ ਪਰਮੇਸ਼ਰ ਵਿੱਚ, ਪਾਰ ਬ੍ਰਹਮ ਦੇ ਵਿੱਚ ਤੇ ਗੁਰੂ ਵਿੱਚ ਕੋਈ ਅੰਤਰ ਹੀ ਨਹੀਂ ਆ। ਪਰ ਜੋ ਅੱਜ ਦੇ ਹੁਕਮਨਾਮੇ ਚੋਂ ਅਸੀਂ ਪੜ੍ਹਨ ਦਾ ਯਤਨ ਕਰਾਂਗੇ ਤੇ ਸਤਿਗੁਰੂ ਸਾਹਿਬ ਮਹਾਰਾਜ ਨੇ ਕਮਾਲ ਕਰ ਦਿੱਤੀ। ਸਾਨੂੰ ਉੱਚਾ ਚੁੱਕਣ ਵਾਸਤੇ ਸਤਿਗੁਰੂ ਸਾਹਿਬ ਮਹਾਰਾਜ ਆਪਣੇ ਆਪ ਨੂੰ ਨੀਵੀਂ ਥਾਂ ਰੱਖ ਕੇ, ਨਿਮਰਤਾ ਵਿੱਚ ਰੱਖ ਕੇ, ਕਿਉਂਕਿ ਸਮਝਾਉਣਾ ਸਾਨੂੰ ਆ, ਸਾਡੇ ਵੱਲੋਂ ਹੋ ਕੇ ਉਸ ਪਰਮੇਸ਼ਰ ਦੇ ਚਰਨਾਂ 'ਚ, ਉਸ ਅਕਾਲ ਪੁਰਖ ਦੇ ਚਰਨਾਂ 'ਚ ਫਰਿਆਦ ਕਰ ਰਹੇ ਆ ਕਿ ਸਾਨੂੰ ਸਮਝ ਲੱਗ ਜਾਏ। ਜਿਵੇਂ ਇੱਕ ਟੀਚਰ ਬੱਚੇ ਨੂੰ ਸਮਝਾਉਂਦਾ ਹੈ, ਇਹ ਕਿਵੇਂ ਬੋਲਣੀ ਆ, ਊੜਾ ਐੜਾ ਕਿਵੇਂ ਬੋਲਣਾ ਆ, ਉਹ ਆਪ ਵੀ ਉਸੇ ਤਰ੍ਹਾਂ ਹੀ ਬੱਚਿਆਂ ਵਾਂਗ ਹੀ ਉਹ ਉੱਥੇ ਫਿਰ ਬਿਹੇਵ ਕਰਦਾ ਆ ਟੀਚਰ ਕਲਾਸ ਦੇ ਵਿੱਚ। ਹੁਣ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ, ਕੋਈ ਕਮੀ ਨਹੀਂ ਮੇਰੇ ਪਾਤਸ਼ਾਹ ਦੇ ਵਿੱਚ, ਕਿਸੇ ਪ੍ਰਕਾਰ ਵੀ ਕੋਈ ਕਮੀ ਨਹੀਂ। ਪਰ ਫਿਰ ਵੀ ਧੰਨ ਗੁਰੂ ਅਰਜਨ ਦੇਵ ਸਾਹਿਬ ਕਿਰਪਾ ਕਰਕੇ ਤੇ ਉਸ ਅਕਾਲ ਪੁਰਖ ਅੱਗੇ ਸਾਨੂੰ ਅਰਦਾਸ ਕਰਨ ਦਾ ਤਰੀਕਾ ਸਿਖਾ ਰਿਹਾ। ਇੱਕ ਛੋਟੀ ਜਿਹੀ ਉਦਾਹਰਨ ਹੋਰ ਦੇ ਦੇਵਾਂ ਤਾਂ ਕਿ ਪਤਾ ਲੱਗ ਜੇ, ਪਕੜ ਬਣ ਜੇ ਸਾਡੀ, ਅਸੀਂ ਵਿਚਾਰਨਾ ਕੀ ਅੱਜ ਦਾ ਸਾਡਾ ਵਿਸ਼ਾ ਕੀ ਆ। ਹੁਣ ਜਪਜੀ ਸਾਹਿਬ ਦਾ ਪਾਠ ਆਪਾਂ ਕਰਦੇ ਹਾਂ, ਹਰ ਗੁਰਸਿੱਖ ਕਰਦਾ ਹੈ ਅੰਮ੍ਰਿਤ ਵੇਲੇ, ਤੇ ਜਿਹੜਾ ਨਹੀਂ ਕਰਦਾ ਉਹਨੂੰ ਕਰਨਾ ਚਾਹੀਦਾ ਆ। ਆਪਣਾ ਨਿਤਨੇਮ ਯਕੀਨੀ ਬਣਾਉਣਾ ਚਾਹੀਦਾ, ਹਰ ਹਾਲਤ ਵਿੱਚ ਗੁਰਸਿੱਖ ਕਰੇ ਤੇ ਗੁਰੂ ਚਰਨਾਂ ਤੇ ਆਪਣਾ ਭਰੋਸਾ ਪੱਕਾ ਰੱਖੇ। ਹੁਣ ਜਪਜੀ ਸਾਹਿਬ ਦੇ ਵਿੱਚ ਆਪਾਂ 4 ਪੌੜੀਆਂ ਪੜ੍ਹਦੇ ਹਾਂ, ਜਿਨ੍ਹਾਂ 4 ਪੌੜੀਆਂ ਦੇ ਵਿੱਚ ਵਾਰ-ਵਾਰ ਇਹ ਬੋਲ ਦੁਹਰਾਏ ਜਾਂਦੇ ਨੇ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਅਖੀਰੀ ਬੋਲ ਨੇ। ਪੌੜੀਆਂ ਦੀ ਸ਼ੁਰੂਆਤ ਹੁੰਦੀ ਆ ਪੰਚ ਪ੍ਰਵਾਨ ਤੋਂ, ਫਿਰ ਅੱਗੇ 3 ਪੌੜੀਆਂ ਅਸੰਖ ਵਾਲੀਆਂ ਆ ਜਾਂਦੀਆਂ ਨੇ, ਉਹਨਾਂ ਦੇ ਵੀ ਅਖੀਰ ਤੇ ਇਹੀ ਬੋਲ ਆ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੁਣ ਸਤਿਗੁਰੂ ਸਾਹਿਬ ਮਹਾਰਾਜ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਹ ਤਰੀਕਾ ਉੱਥੇ ਵੀ ਵਰਤਿਆ, ਬੜੇ ਧਿਆਨ ਦੇ ਨਾਲ। ਹੁਣ ਜਦੋਂ ਤੁਸੀਂ ਪਾਠ ਕਰੋਗੇ ਨਾ ਜੀ, ਉਦੋਂ ਉਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਤਵੱਜੋ ਦੇ ਕੇ ਉਹਨਾਂ ਪੰਕਤੀਆਂ ਨੂੰ ਪੜ੍ਹਨ ਦਾ ਯਤਨ ਕਰਿਓ। ਅਸੰਖ ਵਾਲੀਆਂ ਪੌੜੀਆਂ ਥੋੜੀਆਂ ਜਿਹੀਆਂ ਧਿਆਨ ਨਾਲ ਵੇਖਿਓ, ਕਿੰਨੀ ਨਿਮਰਤਾ ਹੈ ਮੇਰੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਵਿੱਚ। ਹੁਣ ਪਹਿਲੀ ਪੌੜੀ ਹੈ ਅਸੰਖ ਵਾਲੀ, ਉਹਦੇ ਵਿੱਚ ਸਤਿਗੁਰਾਂ ਨੇ ਜਪੀਆਂ ਦਾ ਜ਼ਿਕਰ ਕੀਤਾ ਹੈ ਜੀ, ਤਪ ਕਰਨ ਵਾਲਿਆਂ ਦਾ ਜ਼ਿਕਰ ਕੀਤਾ ਹੈ, ਧਰਮ ਕਰਮ ਕਰਨ ਵਾਲਿਆਂ ਦਾ ਜ਼ਿਕਰ ਕੀਤਾ ਹੈ, ਧਰਮ ਕਮਾਉਣ ਵਾਲਿਆਂ ਦਾ ਜ਼ਿਕਰ ਕੀਤਾ ਹੈ, ਜਿਹੜੇ ਧਰਮ ਦੇ ਨਾਂ ਤੇ ਕਰਮ ਕਰਦੇ ਆ ਉਹਨਾਂ ਸਾਰਿਆਂ ਦਾ ਜ਼ਿਕਰ ਕੀਤਾ ਆ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਜਿਨ੍ਹਾਂ ਨੇ ਬੜੇ ਬੜੇ ਗ੍ਰੰਥ ਜਿਹੜੇ ਆ ਉਹ ਮੂੰਹ ਜ਼ਬਾਨੀ ਕੰਠ ਕੀਤੇ ਹੋਏ, ਯਾਦ ਕੀਤੇ ਹੋਏ, ਉਹਨਾਂ ਦਾ ਜ਼ਿਕਰ ਕਰਦੇ ਆ। ਮਤਲਬ ਜਿਹੜੇ ਧਾਰਮਿਕ ਕਰਮ ਕਰ ਰਹੇ ਆ, ਉਹਨਾਂ ਸਾਰਿਆਂ ਦਾ ਜ਼ਿਕਰ ਕਰ ਰਹੇ ਆ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਹੈ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੌਨ ਲਿਵ ਲਾਏ ਤਰ। ਭਗਤਾਂ ਦਾ ਜ਼ਿਕਰ ਆ ਗਿਆ ਜੀ, ਦਾਤਾਂ ਜਿਹੜੇ ਦੂਜਿਆਂ ਦੀ ਮਦਦ ਕਰਦੇ ਆ ਉਹਨਾਂ ਦਾ ਜ਼ਿਕਰ ਆ ਗਿਆ, ਦਾਨੀਆਂ ਦਾ ਜ਼ਿਕਰ ਆ ਗਿਆ। ਇਹ ਸਾਰੀ ਪੌੜੀ ਦੇ ਵਿੱਚ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਮ ਨਹੀਂ ਕਿਤੇ ਮਿਲਣਾ। ਸਾਰੀ ਪੌੜੀ ਧਰਮੀਆਂ ਵਾਸਤੇ, ਦਾਨੀਆਂ ਵਾਸਤੇ, ਭਗਤਾਂ ਵਾਸਤੇ ਉਹਨਾਂ ਦਾ ਜ਼ਿਕਰ ਆ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜ਼ਿਕਰ ਇਹਦੇ 'ਚ ਆਪਣਾ ਜ਼ਿਕਰ ਨਹੀਂ ਉਹਨਾਂ ਨੇ ਕੀਤਾ। ਇੱਕ ਪੌੜੀ ਛੱਡ ਕੇ ਮੈਂ ਅਗਲੀ ਪਹਿਲਾਂ ਦੱਸ ਦਿਆਂ ਤੁਹਾਨੂੰ। ਅਸੰਖ ਨਾਮ, ਅਸੰਖ ਥਾਮ, ਅਗੰਮ ਅਗੰਮ ਅਸੰਖ ਲੋ, ਅਸੰਖ ਕਹ ਹੈ ਸਿਰ ਭਾਰ ਹੋਏ, ਅੱਖਰੀ ਨਾਮ ਅੱਖਰੀ ਸਾਲਾਹ, ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹਿ, ਜਿਵ ਫਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਉ,
ਵਿਣ ਨਾਵੇਂ ਨਾਹੀ ਕੋ ਥਾਉ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾਂ। ਇੱਕ ਵਾਰ ਇਸ ਪੌੜੀ 'ਚ ਵੀ ਗੁਰੂ ਨਾਨਕ ਸਾਹਿਬ ਦਾ ਨਾਮ ਨਹੀਂ ਆਉਣਾ, ਪਰ ਮੇਰੇ ਸਤਿਗੁਰਾਂ ਦੀ ਨਿਮਰਤਾ ਤੱਕਿਓ ਹੁਣ। ਇਹਨਾਂ ਦੋਵਾਂ ਪੌੜੀਆਂ ਦੇ ਵਿਚਕਾਰ ਜਿਹੜੀ ਪੌੜੀ ਆ, ਉੱਥੇ ਜ਼ਿਕਰ ਪਤਾ ਮੇਰੇ ਸਾਹਿਬਾਂ ਨੇ ਕਿਹਦਾ ਕੀਤਾ ਹੈ? ਉੱਥੇ ਜ਼ਿਕਰ ਕਰ ਰਿਹਾ ਮੂਰਖਾਂ ਦਾ, ਹਰਾਮਖੋਰਾਂ ਦਾ, ਦੁਸ਼ਟ ਕਰਮ ਕਰਨ ਵਾਲਿਆਂ ਦਾ, ਗਲੇ ਵੱਢ ਵੱਢ ਕੇ ਹੱਤਿਆ ਕਤਲ ਕਰਨ ਵਾਲੇ ਜਿਹੜੇ ਅਪਰਾਧੀ ਨੇ, ਉਹਨਾਂ ਦਾ ਜ਼ਿਕਰ ਹੋ ਰਿਹਾ ਹੈ। ਇਹਨੂੰ ਸਕਿਪ ਨਾ ਕਰਿਓ। ਇੱਕ ਇੱਕ ਚੀਜ਼ ਨੂੰ ਇਹਦੇ ਚੋਂ ਜੇ ਸਮਝਾਂਗੇ ਤੇ ਜ਼ਰੂਰ ਸਮਝ ਪਏਗੀ ਕਿ ਸਤਿਗੁਰਾਂ ਦਾ ਆਛਾ ਕੀ ਹੈ। ਕਿੰਨਾ ਸੋਹਣਾ ਤਰੀਕਾ ਹੈ ਮੇਰੇ ਸਾਹਿਬ ਦਾ ਸਮਝਾਉਣ ਦਾ। ਅਸੀਂ ਜਦੋਂ ਕਿਸੇ ਗਲਤ ਬੰਦੇ ਦੀ ਗੱਲ ਕਰਨੀ ਹੋਵੇ, ਅਸੀਂ ਕਿਸੇ ਹੋਰ ਦੀ ਉਧਾਰ ਲੈਂਦੇ ਹਾਂ। ਕਦੇ ਅਸੀਂ ਆਪਣੇ ਆਪ ਵੱਲ ਹੱਥ ਕਰਕੇ ਨਹੀਂ ਕਹਿੰਦੇ ਕਿ ਜਿਵੇਂ ਮੈਂ ਗਲਤੀ ਕੀਤੀ ਸੀ ਉੱਦਾਂ ਉਹਨੇ ਕੀਤੀ ਆ। ਅਸੀਂ ਕਹਿੰਦੇ ਹਾਂ ਜਿਵੇਂ ਫਲਾਣਾ ਕਰਦਾ ਸੀ ਉੱਦਾਂ ਉਹਨੇ ਕੀਤੀ ਆ। ਪਰ ਗੁਰੂ ਨਾਨਕ ਦੇ ਘਰ ਏਦਾਂ ਨਹੀਂ ਆ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਜ਼ਿਕਰ ਕਰਦੇ ਆ ਨਾ ਜੀ, ਅਸੰਖ ਦੀਆਂ ਤਿੰਨਾਂ ਪੌੜੀਆਂ ਚ ਵਿਚਕਾਰਲੀ ਪੌੜੀ ਆ, ਸਾਹਿਬ ਆਖਦੇ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੈ ਜੋਰ, ਅਸੰਖ ਗਲ ਵੱਡ ਹੱਤਿਆ ਕਮਾਹੈ, ਅਸੰਖ ਪਾਪੀ ਪਾਪ ਕਰ ਜਾਹੈ, ਅਸੰਖ ਕੂੜਿਆਰ ਕੂੜੇ ਫਿਰਾਹੈ, ਅਸੰਖ ਮਲੇਸ਼ ਮਲ ਭਖ ਕਾਹੈ। ਸਾਰੇ ਹੀ ਬੰਦੇ ਜਿਹੜੇ ਨੇ ਉਹ ਕ੍ਰਿਮੀਨਲ ਨੇ, ਰੱਬ ਨਾਲੋਂ ਟੁੱਟੇ ਹੋਏ ਨੇ। ਮੂਰਖਾਂ ਦਾ ਜ਼ਿਕਰ ਆ ਗਿਆ, ਹਰਾਮਖੋਰਾਂ ਦਾ ਜ਼ਿਕਰ ਆ ਗਿਆ, ਹਨੇਰੇ ਵਿੱਚ ਜ਼ਿੰਦਗੀ ਬਤੀਤ ਕਰਨ ਵਾਲਿਆਂ ਦਾ ਜ਼ਿਕਰ ਆ ਗਿਆ, ਗਲੇ ਵੱਢ ਕੇ ਹੱਤਿਆ ਕਰਨ ਵਾਲਿਆਂ ਦਾ ਜ਼ਿਕਰ ਆ ਗਿਆ। ਇਹਦੇ ਵਿੱਚ ਸਾਰੇ ਬੰਦੇ ਜਿਹੜੇ ਨੇ ਉਹ ਕ੍ਰਿਮੀਨਲ ਟਾਈਪ ਨੇ। ਤੇ ਇਹਦੇ ਵਿੱਚ ਸਤਿਗੁਰੂ ਸਾਹਿਬ ਮਹਾਰਾਜ ਕਿਰਪਾ ਕਰ ਰਹੇ, ਅਸੰਖ ਅਮਰ ਕਰ ਜਾਹੈ ਜੋਰ, ਅਸੰਖ ਗਲ ਵੱਡ ਹੱਤਿਆ ਕਮਾਹੈ, ਅਸੰਖ ਪਾਪੀ ਪਾਪ ਕਰ ਜਾਹੈ, ਅਸੰਖ ਕੂੜਿਆਰ ਕੂੜੇ ਫਿਰਾਹੈ, ਅਸੰਖ ਮਲੇਸ਼ ਮਲ ਭਖ ਖਾਹੈ, ਅਸੰਖ ਨਿੰਦਕ ਸਿਰ ਕਰਹਿ ਭਾਰ, ਅਸੰਖ ਨਿੰਦਕ ਸਿਰ ਕਰਹਿ ਭਾਰ। ਨਿੰਦਕਾਂ ਦੀ ਗੱਲ ਕੀਤੀ ਤੇ ਅਗਲੇ ਪਾਸੇ ਕੀ ਲਿਖਿਆ ਸਾਹਿਬ ਨੇ? ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੁਣ ਸਤਿਗੁਰੂ ਨੇ ਜਿੱਥੇ ਇਹਨਾਂ ਲੋਕਾਂ ਦਾ ਜ਼ਿਕਰ ਕੀਤਾ, ਉੱਥੇ ਆਪਣੇ ਆਪ ਨੂੰ ਵਿੱਚ ਰੱਖ ਲਿਆ, ਆਪਣੀ ਨਿਮਰਤਾ ਨੂੰ ਦਰਸਾਉਂਦਿਆਂ ਹੋਇਆਂ ਤੇ ਸਾਨੂੰ ਤਰੀਕਾ ਸਿਖਾਉਂਦਿਆਂ, ਕਿਉਂਕਿ ਸਾਡੀ ਇਹ ਤਰਾਸਦੀ ਆ, ਸਾਡਾ ਵੱਡਾ ਔਗੁਣ ਇਹ ਆ ਕਿ ਜਦੋਂ ਅਸੀਂ ਸਤਿਗੁਰੂ ਦੇ ਸਾਹਮਣੇ ਖਲੋ ਕੇ ਵੀ ਅਰਦਾਸ ਕਰਦੇ ਆ, ਅਸੀਂ ਕਦੀ ਆਪਣੀ ਕਮੀ ਇਹ ਜਾਣਦਿਆਂ ਹੋਇਆਂ ਵੀ ਕਿ ਸਤਿਗੁਰੂ ਨੂੰ ਸਾਰਾ ਕੁਝ ਪਤਾ ਆ, ਅਸੀਂ ਆਪਣਾ ਚੰਗਾ ਪੱਖ ਹੀ ਰੱਖਦੇ ਹਾਂ ਜੀ। ਵੇਖੋ ਇੰਨਾ ਚਿਰ ਹੋ ਗਿਆ ਮੈਨੂੰ ਪਾਠ ਕਰਦੇ ਨੂੰ, ਇੰਨਾ ਚਿਰ ਹੋ ਗਿਆ ਸੇਵਾ ਕਰਦੇ ਨੂੰ, ਇੰਨਾ ਚਿਰ ਹੋ ਗਿਆ ਮੈਨੂੰ ਦਸਵੰਧ ਕੱਢਦੇ ਨੂੰ, ਅਸੀਂ ਆਪਣਾ ਇਹ ਵਾਲਾ ਪੱਖ ਹੀ ਰੱਖਦੇ ਹਾਂ। ਪਰ ਸਤਿਗੁਰੂ ਤਰੀਕਾ ਸਿਖਾਉਂਦੇ ਆ, ਭਈ ਇਹ ਚੀਜ਼ਾਂ ਤੇ ਦੱਸਣ ਦੀ ਲੋੜ ਹੀ ਨਹੀਂ ਪੈਣੀ ਤੈਨੂੰ। ਤੂੰ ਤੇ ਸਤਿਗੁਰੂ ਕੋਲ ਆ ਕੇ ਜੋ ਅੱਜ ਦੇ ਹੁਕਮਨਾਮੇ 'ਚ ਸਾਹਿਬ ਨੇ ਕਿਰਪਾ ਕੀਤੀ ਆ ਕਿ ਆਪਣੇ ਆਪ ਨੂੰ ਪੇਸ਼ ਕਿਵੇਂ ਕਰਨਾ ਆ ਉਸ ਪਾਤਸ਼ਾਹ ਦੇ ਅੱਗੇ, ਆਪਣੇ ਆਪ ਨੂੰ ਕਿਵੇਂ ਪੇਸ਼ ਕਰਨਾ ਹੈ ਤੇ ਕਿਵੇਂ ਉਹਦੇ ਅੱਗੇ ਜੋਦੜੀ ਕਰਨੀ ਆ, ਆਪਣੇ ਆਪ ਨੂੰ ਕਿੱਥੇ ਰੱਖ ਕੇ, ਕਿੱਥੇ ਖਿਲਾਰ ਕੇ, ਤੇ ਫੇਰ ਖਿਲਾਰਨ ਤੋਂ ਭਾਵ ਵੀ ਆਪਣੀ ਅਵਸਥਾ ਕਿਵੇਂ ਦੀ ਹੋਵੇ। ਇੰਨੀ ਨਿਮਰਤਾ ਚਾਹੀਦੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਰਹਿਰਾਸ ਸਾਹਿਬ ਵਿੱਚ ਵੀ ਆਪਾਂ ਬੋਲ ਪੜ੍ਹਦੇ ਹਾਂ ਸਾਹਿਬਾਂ ਦੇ, ਪਾਤਸ਼ਾਹ ਜੀ ਕਿਰਪਾ ਕਰਦੇ, ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪਰਣਵਤ ਨਾਨਕ ਤਿਨ ਕੀ ਸ਼ਰਣਾ, ਜਿਣ ਤੂੰ ਨਾਹੀ ਵਿਸਰਿਆ। ਆਪਣੇ ਆਪ ਨੂੰ ਸਤਿਗੁਰੂ ਕਹਿ ਰਿਹਾ ਕਿ ਮੈਂ ਪੜ੍ਹਿਆ ਨਹੀਂ ਜੀ, ਮੈਂ ਕੋਈ ਜੱਤ ਨਹੀਂ, ਕੋਈ ਸੱਤ ਨਹੀਂ, ਇਵੇਂ ਦੇ ਬੋਲ ਆਪਣੇ ਲਈ ਕਹਿ ਰਹੇ ਨੇ। ਇਹਦਾ ਭਾਵ ਇਹ ਆ ਕਿ ਆਪਣੇ ਆਪ ਨੂੰ ਨਿਮਰਤਾ ਦੇ ਦਾਇਰੇ ਵਿੱਚ ਰੱਖ ਕੇ, ਵੱਧ ਤੋਂ ਵੱਧ ਨਿਰਮਾਣਤਾ ਦੇ ਦਾਇਰੇ ਵਿੱਚ ਰੱਖ ਕੇ, ਤੇ ਜਿਹਨੂੰ ਭਾਈ ਗੁਰਦਾਸ ਆਖਦੇ ਆ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਬਿਲਕੁਲ ਢਹਿ ਪਏ ਦੁਆਰਿਆ। ਇਵੇਂ ਜੋਦੜੀ ਕਰਨੀ ਆ ਕਿ ਸਾਹਿਬਾ ਬਸ ਹੁਣ ਤੇਰੇ ਦਰ ਤੇ ਆ ਗਏ ਆ, ਸਾਡੀ ਹਾਲਾਤ ਤੂੰ ਚੰਗੀ ਤਰ੍ਹਾਂ ਜਾਣਦਾ ਕਿ ਅਸੀਂ ਕਿੰਨੇ ਕੁ ਪਾਣੀ ਚੋਂ ਆ ਤੇ ਕੀ ਕਰ ਰਹੇ, ਤੇਰੇ ਤੋਂ ਕੁਝ ਓਹਲਾ ਥੋੜੀ ਆ। ਤੁਸੀਂ ਤੇ ਸਦ ਸੁਣਦਾ, ਸਦ ਵੇਖਦਾ, ਸ਼ਬਦ ਰਹਿਆ ਭਰਪੂਰ, ਤੁਸੀਂ ਤੇ ਸਭ ਕੁਝ ਤਮਾਮ ਮੇਰੀਆਂ ਹਰਕਤਾਂ ਨੋਟ ਕਰ ਰਹੇ ਹੋ। ਅੱਜ ਦੇ ਹੁਕਮਨਾਮੇ 'ਚ ਸਾਹਿਬਾਂ ਕਿਰਪਾ ਕੀਤੀ। ਕੇਵਲ ਮੈਂ ਇੱਥੋਂ ਤੱਕ ਆਪ ਜੀ ਨਾਲ ਇਹ ਸਾਂਝ ਪਾਈ ਆ ਕਿ ਸਤਿਗੁਰੂ ਜੀ ਸਾਨੂੰ ਤਰੀਕਾ ਦੱਸ ਰਹੇ ਆ, ਸਤਿਗੁਰੂ ਜੀ ਸਾਨੂੰ ਤਰੀਕਾ ਦੱਸ ਰਿਹਾ, ਅਸੀਂ ਖਲੋਣਾ ਕਿਵੇਂ ਆ ਸਾਹਿਬਾਂ ਅੱਗੇ ਅਰਦਾਸ ਕਰਨ ਵਾਸਤੇ। ਉਹ ਅੱਜ ਦੇ ਹੁਕਮਨਾਮੇ 'ਚ ਮੇਰੇ ਸਾਹਿਬ ਨੇ ਕਿਰਪਾ ਕੀਤੀ। ਸੋਰਠ ਮਹੱਲਾ ਪੰਜਵਾਂ। ਅੰਤਰ ਕੀ ਗਤ ਤੁਮ ਹੀ ਜਾਨੀ, ਇੱਥੇ ਨਾਣਾ ਨਹੀਂ ਆ, ਜਿੱਜੇ ਕੰਨਾ ਨੰਨੇ ਨੂੰ ਬਿਹਾਰੀ ਆ, ਇਹਨੂੰ ਆਪਾਂ ਜਾਨੀ, ਜਾਣੀ ਨਹੀਂ। ਅੰਤਰ ਕੀ ਗਤ ਤੁਮ ਹੀ ਜਾਨੀ, ਤੁਝ ਹੀ ਪਾਹੇ ਨਿਬੇਰੋ, ਬਖਸ਼ ਲੈ ਹੋ ਸਾਹਿਬ ਪ੍ਰਭ ਆਪਣੇ, ਲਾਖ ਖਤੇ ਕਰ ਫੇਰੋ। ਇਹ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਮੇਰੇ ਮਾਲਕ ਹੋ। ਇਹ ਪਾਤਸ਼ਾਹ
ਤੁਸੀਂ ਹੀ ਪੈਦਾ ਕਰਨ ਵਾਲੇ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਤੁਸੀਂ ਮੇਰੇ ਲਈ ਦਾਤੇ ਜੀ, ਤੁਸੀਂ ਮੇਰੇ ਵਾਸਤੇ ਨਾਇਕ ਜੀ। ਹਾਲਾਂਕਿ ਅਸੀਂ ਨਾਇਕ, ਨਾਇਕ ਭਾਵ ਹੀਰੋ, ਆਗੂ, ਅਸੀਂ ਹੋਰਾਂ ਹੋਰਾਂ ਨੂੰ ਬਣਾ ਲਿਆ। ਪਤਾ ਨਹੀਂ ਕਿੰਨਾ ਕਿੰਨਾ ਨੂੰ ਫੋਲੋ ਕਰੀ ਜਾ ਰਹੇ ਹਾਂ, ਕੀ ਕੁਛ ਵੇਖੀ ਜਾ ਰਹੇ ਹਾਂ, ਕਿੰਨਾਂ ਦੀਆਂ ਰੀਸਾਂ ਕਰੀ ਜਾ ਰਹੇ ਹਾਂ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਤਰੀਕਾ ਦੱਸਿਆ ਕਿ ਫੋਲੋ ਕਿਹਨੂੰ ਕਰਨਾ ਆ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ, ਮੇਰੇ ਹੀਰੋ ਵੀ ਤੁਸੀਂ ਹੋ ਜੀ। ਖਸਮ ਹਮਾਰੇ, ਮੇਰਾ ਮਾਲਕ ਤੂੰ ਹੈ, ਅਕਾਲ ਪੁਰਖ ਵਾਹਿਗੁਰੂ ਜੀ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਿਕ ਤੁਮਰੇ ਧਾਰੇ। ਵਾਹਿਗੁਰੂ ਮੈਂ ਤੇ ਤੁਹਾਡਾ ਬੱਚਾ ਆ, ਮੈਨੂੰ ਤਾਂ ਕੋਈ ਸਮਝ ਹੀ ਨਹੀਂ ਕਿਸੇ ਗੱਲ ਦੀ ਵੀ। ਮੈਂ ਤੇ ਕੇਵਲ ਤੁਹਾਡੀ ਸ਼ਰਨ ਆ, ਇਸ ਤੋਂ ਇਲਾਵਾ ਮੇਰੇ ਪੱਲੇ ਕੋਈ ਕਰਮ ਕਰਤੂਤ ਹੈ ਹੀ ਨਹੀਂ। ਅੰਤਰ ਕੀ ਗਤ ਤੁਮ ਹੀ ਜਾਨੀ ਹੈ, ਅਕਾਲ ਪੁਰਖ ਵਾਹਿਗੁਰੂ ਮੇਰੇ ਦਿਲ ਦੀ ਹਾਲਾਤ ਤੂੰ ਜਾਣਦਾ ਆ। ਮੈਂ ਆਰੰਭ ਗੱਲ ਇੱਥੋਂ ਕੀਤੀ ਕਿ ਜਿਵੇਂ ਇੱਕ ਬੱਚੇ ਨੂੰ ਚੁੱਕਣ ਲਈ ਉਹਦਾ ਪਿਤਾ ਝੁਕਦਾ ਹੈ ਨਾ, ਜਿਵੇਂ ਇੱਕ ਬੱਚੇ ਨੂੰ ਸਿਖਾਉਣ ਵਾਸਤੇ, ਵਿਦਿਆਰਥੀ ਨੂੰ ਸਿਖਾਉਣ ਦੇ ਲਈ ਉਹਦਾ ਟੀਚਰ, ਉਹਦਾ ਅਧਿਆਪਕ, ਉਹਦਾ ਗੁਰੂ ਉਹਨੂੰ ਉਸ ਤਰੀਕੇ ਨਾਲ ਸਮਝਾਉਂਦਾ ਜਿਵੇਂ ਬੱਚੇ ਨੂੰ ਸਮਝ ਲੱਗ ਜਾਏ। ਹੁਣ ਟੀਚਰ ਨੂੰ ਤੇ ਸਾਰਾ ਕੁਝ ਆਉਂਦਾ ਆ, ਤੂੰ ਸ਼ੁਰੂਆਤ ਕਰ ਰਿਹਾ ਕੇਵਲ ਏ ਅੱਖਰ ਤੋਂ, ਉਹ ਸ਼ੁਰੂਆਤ ਕਰ ਰਿਹਾ ਵਾ ਊੜੇ ਤੋਂ ਆ ਕੇ, ਪਹਿਲੇ ਅੱਖਰ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ। ਉਹ 1 2 3 ਤੋਂ ਉਹਦੀ ਸ਼ੁਰੂਆਤ ਕਰ ਰਿਹਾ। ਇਹਦਾ ਮਤਲਬ ਇਹ ਥੋੜੀ ਕਿ ਉਹਦੇ ਟੀਚਰ ਨੂੰ ਆਉਂਦਾ ਨਹੀਂ, ਉਹ ਟੀਚਰ ਨੂੰ ਆਉਂਦਾ। ਇਸੇ ਤਰ੍ਹਾਂ ਸਤਿਗੁਰੂ ਸਾਹਿਬ ਮਹਾਰਾਜ ਆਪ ਪਰਮੇਸ਼ਰ ਦਾ ਰੂਪ ਆ, ਕੇਵਲ ਸਾਨੂੰ ਸਮਝਾਉਣ ਦੇ ਲਈ ਸਤਿਗੁਰੂ ਸਾਹਿਬ ਮਹਾਰਾਜ ਆਪਣੇ ਆਪ ਨੂੰ ਨਿਰਮਾਣਤਾ 'ਚ ਰੱਖ ਕੇ, ਨਿਮਰਤਾ 'ਚ ਰੱਖ ਕੇ ਸਾਨੂੰ ਤਰੀਕਾ ਸਿਖਾ ਰਹੇ ਆ। ਇਹ ਅਸੀਂ ਕਿਵੇਂ ਅਰਦਾਸ ਕਰਨੀ ਆ, ਇਹ ਸਤਿਗੁਰੂ ਜੀ ਆਪਣੇ ਮੂੰਹੋਂ ਬੋਲ ਕੇ ਦੱਸ ਰਹੇ ਆ। ਇਹ ਸਤਿਗੁਰੂ ਸਾਹਿਬ ਮਹਾਰਾਜ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਬੋਲਾਂ ਰਾਹੀਂ ਆਪਾਂ ਸਮਝਣਾ ਆ। ਸਾਹਿਬ ਆਖਦੇ ਨੇ, ਅੰਤਰ ਕੀ ਗਤ ਤੁਮ ਹੀ ਜਾਨੀ, ਮੇਰੇ ਅੰਦਰ ਦੀ ਕੀ ਹਾਲਾਤ ਹੈ ਸਾਹਿਬਾ, ਤੇਰੇ ਤੋਂ ਬਿਹਤਰ ਕੌਣ ਜਾਣਦਾ ਆ। ਪਰ ਹੇ ਅਕਾਲ ਪੁਰਖ ਵਾਹਿਗੁਰੂ ਖਿਮਾ ਕਰ ਵੀ, ਜਾਣਦਾ ਤੇ ਕੇਵਲ ਤੂੰ ਆ, ਪਰ ਮੈਂ ਤੈਨੂੰ ਦੱਸ ਨਹੀਂ ਰਿਹਾ। ਤੁਸੀਂ ਜਾਣਦੇ ਹੋ, ਮੇਰਾ ਸਾਰਾ ਕੁਝ ਹੀ ਤੁਸੀਂ ਜਾਣਦੇ ਹੋ, ਪਰ ਮੈਂ ਤੁਹਾਡੇ ਨਾਲ ਸ਼ੇਅਰ ਹੀ ਨਹੀਂ ਕਰ ਰਿਹਾ। ਮੈਂ ਉਹਨੂੰ ਹੋਰ ਥਾਵਾਂ ਤੇ ਸ਼ੇਅਰ ਕਰ ਰਿਹਾ ਹਾਂ। ਮੈਂ ਆਪਣੇ ਅੰਦਰ ਦੇ ਦੁੱਖ ਨੂੰ ਹੋਰ ਥਾਵਾਂ ਤੇ ਦੱਸ ਕੇ, ਤੇ ਮੈਂ ਚਾਹੁੰਦਾ ਕਿ ਉਧਰੋਂ ਸ਼ਾਇਦ ਖਲਾਸੀ ਹੋ ਜਾਏ। ਸੌਖੀ ਜਿਹੀ ਉਦਾਹਰਨ ਲੈ ਕੇ ਆਪਾਂ ਸਮਝ ਲੈਂਦੇ ਹਾਂ ਇਹਨੂੰ। ਹੁਣ ਕਿਸੇ ਬੰਦੇ ਨੇ ਬਾਈਕ ਬਣਾਈ ਆ, ਕੋਈ ਦੋ ਪਹੀਆ ਵਾਹਨ ਬਣਾਇਆ, ਕੋਈ ਜਿਸ ਬੰਦੇ ਨੇ ਬਣਾਇਆ ਹੈ, ਕੇਵਲ ਇੱਕ ਛੋਟੀ ਜਿਹੀ ਉਦਾਹਰਨ ਆ ਕਿ ਜਿਸ ਬੰਦੇ ਨੇ ਉਹਦਾ ਇੱਕ ਇੱਕ ਪੁਰਜਾ ਫਿੱਟ ਕੀਤਾ ਹੈ, ਉਹ ਵਧੀਆ ਚੱਲ, ਕਿਸੇ ਨੇ ਖਰੀਦ ਲਿਆ, ਉਹ ਚਲਾਉਣ ਲੱਗ ਪਿਆ। ਜਦੋਂ ਉਹ ਲੈ ਕੇ ਚੱਲਿਆ, ਉਹਨੇ ਆਖਿਆ ਜੇ ਕੋਈ ਮੁਸ਼ਕਲ ਆਵੇ ਤੇ ਮੇਰੇ ਕੋਲ ਆਇਓ, ਮੈਨੂੰ ਦੱਸਿਓ ਆ ਕੇ, ਮੈਂ ਤੁਹਾਡੀ ਮੁਸ਼ਕਲ ਹੱਲ ਕਰ ਦਿਆਂਗਾ। ਪਹਿਲੀ ਗੱਲ ਤੇ ਬਹੁਤ ਵਧੀਆ ਚੱਲੇਗਾ, ਮੇਰਾ ਪ੍ਰੋਡਕਟ ਬੜਾ ਵਧੀਆ। ਤੇ ਉਹ ਲੈ ਕੇ ਚਲਿਆ ਗਿਆ, ਖਰੀਦਣ ਵਾਲਾ ਗਾਹਕ ਲੈ ਕੇ ਪਹੁੰਚ ਗਿਆ, ਉਹ ਚਲਾਉਂਦਾ ਫਿਰਦਾ, ਉਹਨੂੰ ਭਜਾਈ ਫਿਰਦਾ, ਆਪੋ ਆਪਣੇ ਕੰਮ ਕਾਜ ਕਰੀ ਜਾਂਦਾ। ਜਦੋਂ ਉਹਦੇ 'ਚ ਖਰਾਬੀ ਪੈ ਜਾਏ, ਹੁਣ ਜਦੋਂ ਖਰਾਬੀ ਪੈ ਗਈ, ਉਹਨੂੰ ਕਿਹਦੇ ਕੋਲ ਜਾਣਾ ਚਾਹੀਦਾ? ਜਾਣਾ ਤਾਂ ਚਾਹੀਦਾ ਜਿਹਨੇ ਉਹ ਪ੍ਰੋਡਕਟ ਤਿਆਰ ਕੀਤਾ, ਜਿਹਨੇ ਉਹ ਬਣਾਇਆ, ਜਿਹਨੂੰ ਉਹਦੇ ਇੱਕ ਇੱਕ ਪੁਰਜੇ ਦੀ ਵਾਕਫੀਅਤ ਆ, ਜਿਹੜਾ ਉਹਦੇ ਇੱਕ ਇੱਕ ਨਿੱਕੇ ਤੋਂ ਨਿੱਕੇ ਪੁਰਜੇ ਨੂੰ, ਨਿੱਕੇ ਤੋਂ ਨਿੱਕੇ ਪੇਚ ਨੂੰ ਪਤਾ ਆ ਵੀ ਇਹ ਇੱਥੇ ਕਿਉਂ ਲੱਗਾ ਹੈ, ਇਹ ਇੱਥੋਂ ਨਿਕਲਿਆ ਤੇ ਇਹਦਾ ਨੁਕਸਾਨ ਕੀ ਆ, ਇਹਦੇ ਲੱਗਣ ਦਾ ਫਾਇਦਾ ਕੀ ਆ। ਤੇ ਜੇ ਫੇਰ ਵੀ ਉਹ ਬੰਦਾ ਹੋਰ ਥਾਵਾਂ ਤੇ ਭੱਜਾ ਫਿਰੇ, ਉਹ ਬੱਚਿਆਂ ਦੇ ਖਿਡੌਣਿਆਂ ਵਾਲੀ ਦੁਕਾਨ ਤੇ ਜਾ ਕੇ ਆਖੇ ਜੀ ਆ ਮੇਰੀ ਬਾਈਕ ਠੀਕ ਕਰ ਦਿਓ, ਕਿਸੇ ਕਰਿਆਨੇ ਦੀ ਦੁਕਾਨ ਤੇ ਜਾ ਕੇ, ਗਰੋਸਰੀ ਸ਼ਾਪ ਤੇ ਜਾ ਕੇ ਆਖੇ ਜਿਹਨੂੰ ਠੀਕ ਕਰ ਦਿਓ, ਹੋ ਜਾਏਗੀ ਉੱਥੇ ਠੀਕ? ਬਿਲਕੁਲ ਨਹੀਂ ਨਾ ਹੋਣੀ। ਕਿਵੇਂ ਠੀਕ ਹੋਣੀ ਆ? ਉਹਨੂੰ ਬਿਲਕੁਲ ਠੀਕ ਜਗ੍ਹਾ ਤੇ ਪਹੁੰਚਣਾ ਪੈਣਾ, ਜਿਹੜਾ ਉਹਨੂੰ ਤਿਆਰ ਕਰਨ ਵਾਲਾ, ਜਿਹਨੂੰ ਉਹਦੀ ਸਮਝ ਆ, ਉਹ ਬੰਦਾ ਉੱਥੇ ਹੀ ਵਾਪਸ ਜਾਏਗਾ। ਉਹਨੇ ਕਈ ਵੇਖਿਆ ਜਿਨ੍ਹਾਂ ਦਾ ਤਜਰਬਾ ਹੋ ਜਾਂਦਾ ਹੈ ਮਕੈਨਿਕਸ ਦਾ, ਜਿਨ੍ਹਾਂ ਕਾਰੀਗਰਾਂ ਦਾ ਤਜਰਬਾ ਹੋ ਜਾਂਦਾ ਆ, ਉਹ ਕਈ ਵਾਰੀ ਬਸ ਥੋੜੀ ਜਿਹੀ ਸੈਲਫ ਮਾਰ ਕੇ ਵੇਖਦੇ, ਥੋੜਾ ਸਟਾਰਟ ਕਰਕੇ ਵੇਖਦੇ, ਉਹਨਾਂ ਨੂੰ ਉੱਥੋਂ ਹੀ ਪਤਾ ਲੱਗ ਜਾਂਦਾ ਵੀ ਇਹਦੇ 'ਚ ਕੀ ਖਰਾਬੀ ਆ, ਕਿੱਥੋਂ ਆਵਾਜ਼ ਆ ਰਹੀ ਆ ਤੇ ਕਿੱਥੋਂ ਕੋਈ ਆਇਲ ਲੀਕ ਹੋ ਰਿਹਾ ਜਾਂ ਕੀ ਪ੍ਰੋਬਲਮ ਆ ਰਹੀ ਹੈ ਇਹਦੇ 'ਚ। ਕਿਉਂਕਿ ਉਹਨੇ ਉਹਨੂੰ ਪੈਦਾ ਕੀਤਾ, ਉਹਨੇ ਉਹਨੂੰ ਬਣਾਇਆ ਆ, ਉਹਦੇ ਹੱਥਾਂ 'ਚੋਂ ਲੰਘਿਆ ਉਹ। ਇਸੇ ਤਰ੍ਹਾਂ ਕੇਵਲ ਮੈਂ ਇੱਕ ਬਾਹਰੀ ਉਦਾਹਰਨ ਦਿੱਤੀ, ਸੌਖਾ ਸਮਝ ਜਾਈਏ। ਅਸੀਂ ਕੋਈ ਕਾਹਲੀ ਥੋੜਾ ਵੀ ਇਹਨੂੰ ਕਾਹਲੀ ਕਾਹਲੀ ਆਪਾਂ ਸਮਾਪਤ ਕਰ ਦਈਏ, ਇਹਨੂੰ ਸਮਝੀਏ ਤੇ ਸਹੀ ਸਾਹਿਬ ਕਹਿ ਕੀ ਰਹੇ ਆ। ਹੁਣ ਸਾਹਿਬ ਕਹਿੰਦੇ ਕਿ ਮੇਰੇ ਅੰਦਰ ਦੀ ਹਾਲਾਤ ਤੇਰੇ ਬਿਨਾ ਕੋਈ ਨਹੀਂ ਜਾਣ ਸਕਦਾ, ਤੇਰੇ ਤੋਂ ਬਿਨਾ, ਕਿਉਂਕਿ ਮੈਂ ਜਿਹੜਾ ਪ੍ਰੋਡਕਟ ਆ, ਮੈਨੂੰ ਤੁਸੀਂ ਤਿਆਰ ਕੀਤਾ ਆ, ਮੈਨੂੰ ਬਣਾਉਣ ਵਾਲੇ ਤੁਸੀਂ ਹੋ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ, ਤੂੰ ਜਾਣੋਈ ਸਭ ਸੇ, ਤੂੰ ਹੀ ਤੇ ਜਾਣਦਾ ਹੈ ਸਾਰਾ ਕੁਝ ਮੇਰੇ ਬਾਰੇ, ਕਿਉਂਕਿ ਮੈਨੂੰ ਬਣਾਉਣ ਵਾਲਾ ਹੀ ਤੂੰ ਹੈ, ਮੇਰੀ ਪ੍ਰਤਪਾਲਨਾ ਕਰਨ ਵਾਲਾ। ਮੇਰੇ ਆਉਣ ਤੋਂ ਪਹਿਲਾਂ ਇਸ ਧਰਤੀ ਤੇ ਉੱਤੇ ਤੁਸੀਂ ਖੁਰਾਕ ਦਾ ਪ੍ਰਬੰਧ ਕੀਤਾ,
ਹਰ ਇੱਕ ਚੀਜ਼ ਦਾ ਪ੍ਰਬੰਧ ਮੇਰੇ ਤੋਂ ਪਹਿਲਾਂ ਕਰ ਦਿੱਤਾ। ਜਿਹੜਾ ਵੀ ਜੀਵ ਧਰਤੀ ਆਇਆ, ਇਹ ਆਪਾਂ ਆਪਣੇ ਤੌਰ ਤੇ ਗੱਲ ਕਰਨੀ ਆ ਨਾ। ਅਸੀਂ ਸਤਿਗੁਰੂ ਨਾਲ ਆਪ ਗੱਲ ਕਰਨ ਦਾ ਯਤਨ ਕਰਨਾ। ਇਵੇਂ ਹੀ ਸਮਝਾਂਗੇ ਇਹਨੂੰ, ਜਿਵੇਂ ਹੁਣ ਅੱਜ ਦੇ ਸ਼ਬਦ ਸਤਿਗੁਰਾਂ ਨੇ ਪ੍ਰਮਾਤਮਾ ਨੂੰ ਇਹ ਗੱਲਾਂ ਕਹੀਆਂ, ਮੈਂ ਤੇ ਤੂੰ ਕਰਕੇ ਗੱਲ, ਮੇਰਾ ਤੇ ਤੇਰਾ ਕਰਕੇ ਗੱਲ ਕਰ ਰਿਹਾ ਸਾਹਿਬ। ਅੰਤਰ ਕੀ ਗਤ ਤੁਮ ਹੀ ਜਾਨੀ, ਤੁਮ ਹੀ ਜਾਨੀ, ਤੁਝ ਹੀ ਪਾਹੇ ਨਬੇਰੋ। ਫਿਰ ਸਾਹਿਬ ਜੀ ਨੇ ਅੱਗੇ ਕਿਰਪਾ ਕਰਦੇ ਕਿ ਹੇ ਪਾਤਸ਼ਾਹ ਜੀ, ਪ੍ਰਭ ਜੀ, ਤੂੰ ਮੇਰੋ ਠਾਕੁਰ ਨੇਰੋ, ਤੂੰ ਮੇਰਾ ਮਾਲਕ ਹੈ ਜਿਹੜਾ ਹਰ ਵੇਲੇ ਅੰਗ ਸੰਗ ਆ, ਤੇ ਮੈਨੂੰ ਤਿਆਰ ਕਰਨ ਵਾਲਾ ਤੂੰ ਹੈ, ਤੇ ਮੇਰੀ ਹਰ ਹਰਕਤ ਤੋਂ ਵਾਕਿਫ ਤੂੰ ਆ। ਮੇਰਾ ਚੰਗਾ ਕੀ ਆ, ਮੇਰੇ ਕੋਲ ਬੁਰਾ ਕੀ ਆ, ਮੇਰੇ ਕੋਲ ਵਿਕਾਰ ਕਿੰਨੇ ਕੁ ਨੇ, ਉਹਨਾਂ ਦੇ ਅਨੁਸਾਰ ਜੀਵਨ ਬਤੀਤ ਕਰ ਰਿਹਾ, ਕਿੰਨੀ ਕੁ ਮੈਂ ਭਗਤੀ ਕਰ ਰਿਹਾ। ਲੋਕ ਕਹਿ ਸਕਦੇ ਕਿ ਬੜਾ ਭਗਤ ਆ ਜੀ, ਬਹੁਤ ਨਾਮ ਜਪਦਾ ਹੈ, ਬੜੀ ਬੰਦਗੀ ਕਰਦਾ ਹੈ, ਪਰ ਕਿੰਨੀ ਕੁ ਕਰਦਾ, ਕੌਣ ਜਾਣਦਾ ਹੈ? ਤੇਰੇ ਤੋਂ ਬਗੈਰ ਕੋਈ ਨਹੀਂ ਜਾਣਦਾ। ਲੋਕਾਂ ਵੱਲੋਂ ਦਿੱਤੇ ਹੋਏ ਪ੍ਰਮਾਣ ਪੱਤਰ ਦੀ ਲੋੜ ਨਹੀਂ ਆ। ਹਾਲਾਂਕਿ ਸਾਡੀ ਦੌੜ ਇਸੇ ਕੰਮ 'ਚ ਹੀ ਲੱਗੀ ਹੁੰਦੀ ਆ। ਅਸੀਂ ਸੇਵਾ ਵੀ ਉੱਥੇ ਹੀ ਖਲੋ ਕੇ ਕਰਦੇ ਹਾਂ ਜਿੱਥੇ ਕੋਈ 4 ਬੰਦੇ ਸਾਨੂੰ ਵੇਖ ਰਹੇ ਹੋਣ। ਇਹ ਅਸੀਂ ਭੁਲਾ ਦਿੰਦੇ ਹਾਂ ਕਿ ਅਸੀਂ ਲੋਕਾਂ ਨੂੰ ਵਿਖਾਉਣ ਵਾਸਤੇ ਥੋੜ੍ਹਾ ਕਰਨਾ ਕੁਛ। ਨਾ ਪਾਠ ਲੋਕਾਂ ਨੂੰ ਵਿਖਾਉਣ ਲਈ ਕਰਨਾ ਹੈ, ਨਾ ਸੇਵਾ ਲੋਕਾਂ ਨੂੰ ਵਿਖਾਉਣ ਵਾਸਤੇ ਕਰਨੀ ਆ। ਇੱਥੇ ਫਿਰ ਫਤਵਾ ਜਦੋਂ ਮਿਲ ਜਾਂਦਾ ਲੋਕਾਂ ਵੱਲੋਂ, ਜੀ ਬਹੁਤ ਭਗਤ ਆ ਜੀ, ਬੜੀ ਬੰਦਗੀ ਆ ਜੀ, ਬੜੀ ਸੇਵਾ ਆ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇਹਦਾ ਤੇ ਪਤਾ ਲੱਗਣਾ ਉੱਥੇ। ਕੱਚ ਪਕਾਈ, ਧਿਆਨ ਨਾਲ ਸੁਣ ਲਿਓ ਰੱਬੀ ਬਾਣੀ ਦਾ ਬੋਲ, ਕੱਚ ਪਕਾਈ ਓਥੈ ਪਾਏ, ਨਾਨਕ ਗਇਆ ਜਾਪੈ ਜਾਏ। ਇਹਦੀ ਪਛਾਣ ਪਤਾ ਉੱਥੇ ਲੱਗਣਾ ਆ, ਦੁਨੀਆ ਵਾਲੇ ਫਤਵੇ ਨਹੀਂ ਜੀ। ਕਈ ਵਾਰੀ ਬੰਦਾ ਕੋਈ ਸਾਰੀ ਉਮਰ ਪਾਪ ਕਰਦਾ ਮਰ ਜਾਏ, ਤੇ ਜਦੋਂ ਲੀਡਰ ਉਹਦੇ ਭੁਗ ਤੇ ਇਕੱਠੇ ਹੋਣ ਜੀ, ਬਹੁਤ ਨੇਕ ਬੰਦਾ ਸੀ ਜੀ ਇਹ, ਬਹੁਤ ਹੈਲਪਫੁਲ ਸੀ ਜੀ ਇਹ, ਤੇ ਭਾਵੇਂ ਕਿਸੇ ਨੂੰ ਦੀਵਾਨੀ ਨਾ ਦਿੱਤੀ ਹੋਵੇ ਸਾਰੀ ਉਮਰ ਉਹਨੇ, ਉੱਥੇ ਸਿਫਤਾਂ ਕਿਉਂਕਿ ਲੋਕ ਇਕੱਠੇ ਹੋਏ ਨੇ, ਉਹਨਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਜਾਣਾ। ਖੈਰ, ਸਤਿਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਸਮਝਾਉਂਦੇ ਨੇ, ਕਹਿੰਦੇ ਕਿ ਜਿਹਨੇ ਪੈਦਾ ਕੀਤਾ ਹੈ, ਕੇਵਲ ਉਹਦੇ ਹੀ ਚਰਨਾਂ ਵਿੱਚ ਜਦੋਂ ਅਸੀਂ ਅਰਦਾਸ ਕਰਾਂਗੇ ਤੇ ਉਹਨੇ ਹੀ ਅਰਦਾਸ ਸਾਡੀ ਸੁਣਨੀ। ਇੱਕ ਫਰਮਾਨ ਰੱਬੀ ਬਾਣੀ ਚ ਹੋਰ ਆਪਾਂ ਸਾਂਝਾ ਕਰ ਲਈਏ। ਸਾਹਿਬ ਆਖਦੇ ਆ, ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਕਿੰਨੇ ਤਿਆਰ ਕੀਤਾ ਸਾਰਾ ਕੁਝ? ਤਨ ਵੀ ਉਹਨੇ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਆਪਾਂ ਨੂੰ ਵਜਾਇਆ, ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਨ ਖਾਣ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿਦਨੀ ਕੀ ਖਟਾਨੀ। ਧੰਨ ਗੁਰੂ ਅਰਜਨ ਦੇਵ ਸਾਹਿਬ ਦਾ ਹੀ ਬੋਲਿਆ ਜੀ ਇਹ ਵੀ, ਧਨਾਸਰੀ ਰਾਗ ਦਾ। ਆਖਿਆ ਪਾਤਸ਼ਾਹ ਜੀ, ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿਦਨੀ ਕੀ ਖਟਾਨੀ। ਇਹ ਵਾਹਿਗੁਰੂ, ਜਦੋਂ ਤੁਸੀਂ ਮੇਰਾ ਦੁੱਖ ਸੁੱਖ ਸੁਣਦੇ ਹੋ, ਉਦੋਂ ਮੇਰੀ ਹਾਲਤ ਚੰਗੀ ਹੁੰਦੀ ਆ, ਪਰ ਦੱਸਦਾ ਕਿੰਨੇ ਕਿ ਜਾ ਕੇ ਆ। ਅਸੀਂ ਤੇ ਹੋਰ ਆਸਰੇ ਲੱਭਦੇ ਆ ਵੀ ਕੋਈ ਗੱਲ ਨਹੀਂ, ਜੇ ਗੱਲ ਬਣ ਗਈ ਇੱਥੇ ਠੀਕ ਆ ਗੁਰਦੁਆਰਾ ਸਾਹਿਬ, ਨਹੀਂ ਤੇ ਕੋਈ ਹੋਰ ਦਾ ਰੱਬ ਲਵਾਂਗੇ। ਹੁਣ ਤੇ ਥਾਂ ਥਾਂ ਤੇ ਮਸ਼ਹੂਰੀ ਚੱਲ ਰਹੀ ਆ, ਫਲਾਣੇ ਮੌਲਵੀ ਸਾਹਿਬ, ਫਲਾਣੇ ਪੰਡਤ ਜੀ, ਫਲਾਣੇ ਬਾਬਾ ਜੀ, ਉਹ ਧਾਗਾ ਕਰਕੇ ਦੇ ਦਿੰਦੇ ਆ। ਵਿਦੇਸ਼ਾਂ ਵਿੱਚ ਵੀ ਇਹੀ ਹਾਲ ਹੋਇਆ ਪਿਆ ਸਾਡਾ। ਪੰਜਾਬ ਤੋਂ ਚੱਲ ਕੇ ਇਹੋ ਜਿਹੀਆਂ ਚੀਜ਼ਾਂ ਪਹੁੰਚ ਜਾਂਦੀਆਂ। ਸਤਿਗੁਰੂ ਸਾਹਿਬ ਮਹਾਰਾਜ ਕਿਰਪਾ ਕਰਕੇ ਸਮਝਾਉਂਦੇ ਆ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਅਸੀਂ ਸਮਝਣਾ ਹੈ ਕਿਵੇਂ ਅਰਦਾਸ ਕਰਨੀ ਆ। ਹੇ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ, ਕੇਵਲ ਤੇ ਕੇਵਲ ਤੁਸੀਂ ਹੀ ਹੋ ਜਿਹੜੇ ਪਾਤਸ਼ਾਹ ਜੀ ਮੈਨੂੰ ਸਮਝਦੇ ਹੋ। ਮੇਰੇ ਦਿਲ ਦੀ ਹਾਲਾਤ ਨੂੰ ਤੂੰ ਹੀ ਚੰਗੀ ਤਰ੍ਹਾਂ ਜਾਣਦਾ ਹੈ। ਇਹ ਅਕਾਲ ਪੁਰਖ ਵਾਹਿਗੁਰੂ ਜੀ, ਅੰਤਰ ਕੀ ਗਤ ਤੁਮ ਹੀ ਜਾਨੀ, ਤੁਝ ਹੀ ਪਾਹੇ ਨਬੇਰੋ। ਮੇਰੇ ਪਾਤਸ਼ਾਹ, ਮੇਰੇ ਅੰਦਰ ਦੀ ਜਿਹੜੀ ਹਾਲਾਤ ਆ ਨਾ, ਜਿਹੜੀ ਮੰਦੀ ਹਾਲਾਤ ਆ ਮੇਰੀ, ਜਿਹਦੇ ਲਈ ਮੈਂ ਥਾਂ ਥਾਂ ਤੇ ਭਟਕ ਰਿਹਾ ਹਾਂ, ਵਿਲਕ ਰਿਹਾ ਹਾਂ, ਇਹ ਤੇਰੇ ਬਗੈਰ ਕੋਈ ਹੱਲ ਨਹੀਂ ਕਰ ਸਕਦਾ। ਤੁਝ ਹੀ ਪਾਹੇ ਨਬੇੜੋ, ਇਹਦਾ ਨਬੇੜਾ ਭਾਵ ਇਹਦਾ ਖਾਤਮਾ, ਮੇਰੇ ਅੰਦਰ ਦੀ ਭਟਕਣਾ, ਮੇਰਾ ਦੁੱਖ, ਮੇਰਾ ਦਲਿੱਦਰ, ਮੇਰੇ ਕਾਮ ਵਾਸ਼ਨਾ ਕਰਕੇ, ਵਿਕਾਰਾਂ ਕਰਕੇ, ਲੋਭ ਕ੍ਰੋਧ ਕਰਕੇ, ਹੰਕਾਰ ਕਰਕੇ ਜਿਹੜੀ ਦੁਸ਼ਵਾਰੀ ਹੋ ਰਹੀ ਆ, ਉਹਦਾ ਹੱਲ ਕੇਵਲ ਤੁਹਾਡੇ ਕੋਲ ਆ। ਤੁਹਾਡੇ ਬਿਨਾ ਹੋਰ ਕੋਈ ਇਹਨੂੰ ਖਤਮ ਨਹੀਂ ਕਰ ਸਕਦਾ। ਤੁਝ ਹੀ ਪਾਹੇ ਨਬੇੜੋ, ਮੇਰੇ ਅੰਦਰ ਦੀ ਹਾਲਾਤ ਵੀ ਤੁਸੀਂ ਜਾਣਦੇ ਹੋ, ਇਹਦਾ ਨਬੇੜਾ ਵੀ ਤੁਸੀਂ ਹੀ ਕਰਨਾ। ਬਖਸ਼ ਲੈ ਹੋ ਸਾਹਿਬ ਪ੍ਰਭ ਆਪਣੇ, ਲਾਖ ਖੱਤੇ ਕਰ ਫੇਰੋ। ਆ ਹੁਣ ਧਿਆਨ ਨਾਲ ਸੁਣੀਏ, ਆਪਾਂ ਮੰਨਾਂਗੇ ਇਸ ਗੱਲ ਨੂੰ? ਬਹੁਤ ਘੱਟ ਜਿਹੜੇ ਇਸ ਗੱਲ ਨੂੰ ਮੰਨ ਲੈਣ ਕਿ ਮੈਂ ਬੜੇ ਪਾਪ ਕਰਦਾ। ਸ਼ੁਰੂਆਤ ਹੀ ਇਸੇ ਕਰਕੇ ਆਪਾਂ ਇੱਥੋਂ ਕੀਤੀ ਆ ਕਿ ਸਤਿਗੁਰੂ ਜੀ ਸਾਨੂੰ ਉੱਚਾ ਚੁੱਕਣਾ ਚਾਹੁੰਦੇ ਆ, ਆਪ ਨੀਵੇਂ ਹੋ ਕੇ, ਆਪ ਨਿਮਰਤਾ ਦੇ ਘਰ ਵਿੱਚ ਸਾਹਿਬ ਆ ਕੇ ਕਹਿੰਦੇ ਆ, ਬਖਸ਼ ਲੈ ਹੋ ਸਾਹਿਬ ਪ੍ਰਭ ਆਪਣੇ, ਲਾਖ ਖੱਤੇ ਕਰ ਫੇਰੋ। ਮੈਂ ਲੱਖਾਂ ਗੁਨਾਹ ਕਰਦਾ ਰੋਜ਼,
ਲੱਖਾਂ ਪਾਪ ਕਰਦਾ। ਪਤਾ ਨਹੀਂ ਕਿੰਨਾ ਕੁਝ ਇਹਨਾਂ ਅੱਖਾਂ ਦੇ ਨਾਲ ਤੱਕਿਆ ਜਾਂਦਾ ਹੈ, ਕੰਨਾਂ ਨਾਲ ਸੁਣਿਆ ਜਾਂਦਾ ਹੈ, ਮੂੰਹ ਤੋਂ ਪਤਾ ਨਹੀਂ ਕਿੰਨਾ ਕੁਝ ਬੋਲਿਆ ਜਾਂਦਾ ਹੈ, ਹੱਥਾਂ ਦੇ ਨਾਲ ਪਤਾ ਨਹੀਂ ਕਿੰਨਿਆਂ ਕੁ ਦੇ ਅੱਗੇ ਕੰਡੇ ਬੀਜੇ ਜਾਂਦੇ ਆ। ਸਾਹਿਬਾ, ਇਹ ਤੂੰ ਹੀ ਜਾਣਦਾ ਹੈ ਨਾ, ਤੇਰੇ ਬਿਨਾਂ ਤੇ ਕੋਈ ਜਾਣਦਾ ਹੀ ਨਹੀਂ। ਇੱਕ ਬੋਲ ਸੁਖਮਨੀ ਸਾਹਿਬ ਦੇ ਵਿੱਚੋਂ ਮੈਂ ਸਾਂਝਾ ਕਰਦਿਆਂ ਤੁਹਾਡੇ ਨਾਲ, ਸਤਿਗੁਰੂ, ਉਹ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬੋਲ ਨੇ, ਸੁਖਮਨੀ ਸਾਹਿਬ ਦੀ ਰੱਬੀ ਬਾਣੀ। ਪਾਤਸ਼ਾਹ ਕਹਿੰਦੇ ਆ, ਇੱਕ ਖਿਣ ਵਾਸਤੇ ਬੰਦੇ ਆ ਸੋਚ, ਆਪਾਂ ਇਹਨੂੰ ਸੋਚਣਾ ਆ, ਇਹਨੂੰ ਸਮਝਣਾ, ਇਹਨੂੰ ਇਦਾਂ ਸੁਣ ਕੇ ਛੱਡ ਨਹੀਂ ਦੇਣਾ, ਇਹਨੂੰ ਥੋੜਾ ਜਿਹਾ ਫੀਲ ਕਰਕੇ ਵੇਖਿਓ ਸਾਰੇ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਿਰਪਾ ਕਰਦੇ, ਕਹਿੰਦੇ ਮੰਨ ਲੈ ਸਾਹਮਣੇ ਇੱਕ ਸਕਰੀਨ ਲੱਗੀ ਹੋਵੇ, ਬੰਦਾ ਆਪਣੇ ਪਰਿਵਾਰ 'ਚ ਬੈਠਾ ਹੋਵੇ, ਜੋ ਕੁਝ ਬੰਦੇ ਦੇ ਅੰਦਰ ਚੱਲ ਰਿਹਾ, ਰੱਬੀ ਬਾਣੀ ਦਾ ਬੋਲ ਆ, ਥੋੜਾ ਜਿਹਾ ਨੂੰ ਮੈਂ ਆਪਣੇ ਤਰੀਕੇ ਨਾਲ ਸਮਝਣ ਦਾ ਯਤਨ ਕਰ ਰਿਹਾ, ਕੇਵਲ ਤੁਹਾਨੂੰ ਨਹੀਂ, ਆਪ ਵੀ ਸਮਝਣ ਦਾ ਯਤਨ ਕਰ ਰਿਹਾ ਕਿ ਸਾਹਮਣੇ ਇੱਕ ਸਕਰੀਨ ਲੱਗੀ ਹੋਵੇ, ਜੋ ਕੁਝ ਬੰਦਾ ਸੋਚ ਰਿਹਾ ਹੈ ਆਪਣੇ ਮਨ ਵਿੱਚ, ਉਹ ਸਾਰਾ ਕੁਝ ਹੀ ਚੱਲੀ ਜਾਏ ਸਕਰੀਨ ਦੇ ਉੱਤੇ। ਜੋ ਕੁਝ ਬੰਦਾ ਸੋਚ ਰਿਹਾ ਹੋਵੇ, ਬੰਦਾ ਆਪਣੇ ਪਰਿਵਾਰ ਦੇ ਨਾਲ, ਫੈਮਿਲੀ ਦੇ ਨਾਲ ਕਿਤੇ ਗਿਆ ਹੋਵੇ, ਮਾਲ ਵਿੱਚ ਗਿਆ ਹੋਵੇ, ਕੁਝ ਖਰੀਦੋ ਫਰੋਖਤ ਕਰਨ ਲਈ ਗਿਆ, ਸ਼ਾਪਿੰਗ ਕਰਨ ਲਈ ਗਿਆ, ਕਿਤੇ ਟਰੈਵਲ ਕਰਦਿਆਂ ਦੂਰ ਗਿਆ, ਕਿਤੇ ਘੁੰਮਣ ਵਾਸਤੇ ਗਏ, ਮੰਨ ਲਓ ਇੱਕ ਸਕਰੀਨ ਨਾਲ ਹੀ ਹੋਵੇ, ਜੋ ਕੁਝ ਬੰਦੇ ਦੇ ਅੰਦਰ ਚੱਲ ਰਿਹਾ ਉਹ ਸਕਰੀਨ ਤੇ ਆਈ ਜਾਏ ਤੇ ਸਾਰਾ ਪਰਿਵਾਰ ਵੇਖੀ ਜਾਵੇ। ਇਹਨੂੰ ਹੁਣ ਥੋੜਾ ਜਿਹਾ ਸਮਝਿਓ ਕਿ ਕੀ ਜੇ ਉਹ ਸਾਰਾ ਕੁਝ ਜੋ ਸਾਡੇ ਅੰਦਰ ਚੱਲ ਰਿਹਾ ਹੈ, ਜੇ ਕਿਤੇ ਉਹ ਸਾਰਾ ਕੁਝ ਹੀ ਬਾਹਰ ਪ੍ਰਗਟ ਹੋ ਜਾਵੇ, ਪਰਿਵਾਰ 'ਚ ਰੋਟੀ ਤੇ ਨਹੀਂ ਮਿਲਣੀ। ਕੋਈ ਲਾਵੇਗਾ ਮੂੰਹ ਸਾਨੂੰ? ਜੋ ਕੁਝ ਸਾਡੇ ਅੰਦਰ ਚੱਲੀ ਜਾਂਦਾ, ਕਈ ਵਾਰੀ ਤੇ ਗੁਰੂ ਕੇ ਹਜ਼ੂਰੀ 'ਚ ਬੈਠਿਆਂ ਹੋਇਆਂ ਵੀ ਚੱਲੀ ਜਾਂਦਾ ਆ, ਸੰਗਤ ਵਿੱਚ ਬੈਠਿਆਂ ਵੀ ਚੱਲੀ ਜਾਂਦਾ ਆ। ਜੇ ਕਿਤੇ ਉਹ ਸਾਰੀ ਤਸਵੀਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਵੀ ਬਾਹਰ ਆ ਜਾਵੇ, ਉਸੇ ਤਰ੍ਹਾਂ ਹੀ ਵੇਖ, ਉਹਨੇ ਕਿੱਡਾ ਵੱਡਾ ਪਰਦਾ ਬਣਾਇਆ। ਮਾਂ ਤੇ ਪੁੱਤਰ ਦਾ ਵੀ ਆਪਣਾ ਇੱਕ ਪਰਦਾ ਆ, ਪਤੀ ਪਤਨੀ ਦਾ ਵੀ ਇੱਕ ਆਪਸੀ ਪਰਦਾ ਆ, ਬੱਚਿਆਂ ਦਾ ਤੇ ਮਾਪਿਆਂ ਦਾ ਵੀ ਇੱਕ ਆਪਸ ਵਿੱਚ ਪਰਦਾ ਆ। ਉਹ ਕਿੰਨੇ ਬਣਾਇਆ ਏ? ਉਹ ਉਸ ਅਕਾਲ ਪੁਰਖ ਵਾਹਿਗੁਰੂ ਨੇ ਬਣਾਇਆ। ਮੇਰੇ ਸਾਹਿਬ ਆਖਦੇ ਵੀ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਵੇਖ ਤੇਰਾ ਬਚਾਅ ਕਰਤਾ ਪਰਦਾ ਪਾ ਕੇ। ਜੋ ਕੁਝ ਸਾਡੇ ਅੰਦਰ ਚੱਲ ਰਿਹਾ ਦੂਜਾ ਬੰਦਾ ਨਹੀਂ ਜਾਣਦਾ। ਕਈ ਵਾਰੀ ਆਪਾਂ ਮੂੰਹੋਂ ਕੁਝ ਹੋਰ ਕਹਿ ਰਹੇ ਹੁੰਦੇ ਆ ਤੇ ਅੰਦਰੋਂ ਕੁਝ ਹੋਰ ਕਹਿ ਰਹੇ ਹੁੰਦੇ ਆ। ਮੂੰਹੋਂ ਵੇਖ ਕੇ ਤੇ ਬੰਦਾ ਕਹਿੰਦਾ ਜੀ ਬੜੀ ਖੁਸ਼ੀ ਹੋਈ ਤੁਹਾਨੂੰ ਵੇਖ ਕੇ, ਤੇ ਅੱਗੋਂ ਜਦੋਂ ਵੇਖਿਆ ਹੁੰਦਾ ਉਦੋਂ ਕਹਿੰਦਾ ਵੀ ਇਹ ਕਿੱਥੋਂ ਮੱਥੇ ਲੱਗ ਗਿਆ, ਸਾਰਾ ਦਿਨ ਖਰਾਬ ਹੋ ਜਾਣਾ ਅੱਜ। ਮੂੰਹ ਕੁਝ ਕਹਿ ਰਿਹਾ ਹੁੰਦਾ ਪਰ ਅੰਦਰ ਕੁਝ ਹੋਰ ਹੁੰਦਾ ਉਹਦੇ। ਹੁਣ ਸਾਹਿਬ ਆਖਦੇ ਆ ਕਿ ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਜਿਹਦੀ ਕਿਰਪਾ ਨਾਲ ਤੇਰੇ ਅੰਦਰ ਦੇ ਸਾਰੇ ਪਾਪ ਕੱਜੇ ਆ ਨਾ, ਚੁੱਪ ਕਰਕੇ ਉਹਦਾ ਨਾਮ ਜਪਿਆ ਕਰ, ਸ਼ੁਕਰਾਨਾ ਕਰਿਆ ਕਰ ਵੀ ਉਹਨੇ ਇੱਕ ਪਰਦਾ ਬਣਾਇਆ ਤੇਰੇ ਤੇ ਬਾਕੀਆਂ ਦੇ ਵਿੱਚ। ਜੇ ਕਿਤੇ ਜੋ ਕੁਝ ਤੇਰੇ ਅੰਦਰ ਚੱਲ ਰਿਹਾ ਬਾਹਰ ਪ੍ਰਗਟ ਹੋ ਗਿਆ ਤੇ ਫਿਰ ਕੀ ਹਾਲਾਤ ਹੋਵੇਗੀ। ਜਿਨ੍ਹਾਂ ਲੋਕਾਂ ਦੇ ਪਾਪ ਉਗੜ ਆਉਂਦੇ ਨੇ ਸੰਸਾਰ ਵਿੱਚ, ਜਿਨ੍ਹਾਂ ਦੇ ਕੀਤੇ ਘੁਟਾਲੇ ਸਾਹਮਣੇ ਆ ਜਾਂਦੇ ਆ, ਜਿਨ੍ਹਾਂ ਵੱਲੋਂ ਕੀਤੇ ਹੋਏ ਦੁਸ਼ਟ ਕਰਮ ਦੁਨੀਆ ਦੇ ਸਾਹਮਣੇ ਆ ਜਾਂਦੇ ਆ, ਕੀ ਹਾਲਾਤ ਹੁੰਦੀ ਉਹਨਾਂ ਲੋਕਾਂ ਦੀ। ਪਰ ਹਰ ਬੰਦਾ ਉਹਦੇ ਅੰਦਰਲੇ ਪਾਪ ਉਹਨੇ ਪਰਦਾ ਪਾ ਕੇ ਪਰਮੇਸ਼ਰ ਨੇ ਕੱਜੇ ਆ। ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸ਼ਰਨੀ ਪਰ, ਸ਼ਰਨ ਵਿੱਚ ਪੈ ਜਾ ਅੱਜ ਹੀ, ਹੁਣੇ ਹੀ ਉਹਦੇ ਅੱਗੇ ਜੋਦਰੀ ਕਰ। ਮਨ ਸ਼ਰਨੀ ਪਰ ਠਾਕੁਰ ਪ੍ਰਭ ਤਾਕੈ, ਹੁਣ ਵੀ ਤੇਰੇ ਕੋਲ ਸਮਾਂ ਆ, ਤੂੰ ਉਹਦੇ ਅੱਗੇ ਫਰਿਆਦ ਕਰਕੇ ਆਪਣੇ ਗੁਨਾਹਾਂ ਦੀ ਮਾਫੀ ਮੰਗ ਲੈ। ਬਖਸ਼ ਲੈਹੋ ਸਾਹਿਬ ਪ੍ਰਭ ਆਪਣੇ, ਲਾਖ ਖੱਤੇ ਕਰ ਫੇਰੋ, ਇਹ ਵਾਹਿਗੁਰੂ ਜੀ ਮੈਨੂੰ ਬਖਸ਼ ਲਓ, ਲੱਖਾਂ ਪਾਪ ਕਰਦਾ ਮੈਂ ਰੋਜ਼ਾਨਾ। ਗੁਰੂ ਅਰਜਨ ਦੇਵ ਸਾਹਿਬ ਦੇ ਬੋਲ ਆ ਜੀ ਇਹ। ਮੈਂ ਲੱਖਾਂ ਪਾਪ ਕਰਦਾ ਫਿਰਦਾ ਵਾਂ, ਹੇ ਅਕਾਲ ਪੁਰਖ ਵਾਹਿਗੁਰੂ, ਹੇ ਮੇਰੇ ਮਾਲਕ, ਤੂੰ ਮੈਨੂੰ ਬਖਸ਼ ਲੈ, ਤੂੰ ਜਾਣਦਾ ਹੈ। ਲੋਕਾਂ ਤੋਂ ਤੇ ਬੇਸ਼ੱਕ ਬਚਾਇਆ ਹੋਇਆ, ਪਰਦਾ ਪਾਇਆ ਹੋਇਆ, ਪਰ ਤੁਸੀਂ ਤੇ ਜਾਣਦੇ ਹੋ ਸਾਰੀ ਗੱਲ ਨੂੰ। ਅੱਗੇ ਫਿਰ ਸਾਹਿਬ ਕਿਰਪਾ ਕਰਦੇ ਰਹਾਉ ਵਾਲੇ ਬੋਲਾਂ 'ਚ, ਪ੍ਰਭ ਜੀ ਤੂੰ ਮੇਰੋ ਠਾਕੁਰ ਨੇਰੋ, ਹੇ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ, ਆਪ ਜੀ ਮੇਰੇ ਨੇੜੇ ਤੋਂ ਨੇੜੇ ਹੋ, ਹਰ ਵੇਲੇ ਤੁਸੀਂ ਮੇਰੇ ਅੰਗ ਸੰਗ ਹੋ, ਹੇ ਵਾਹਿਗੁਰੂ ਤੁਸੀਂ ਹੀ ਮੈਨੂੰ ਪਾਲਣ ਹਾਰੇ ਹੋ। ਤੇ ਅੱਗੇ ਸਾਹਿਬ ਆਖਦੇ ਆ, ਹਰ ਚਰਨ ਸ਼ਰਨ ਮੋਹਿ ਚੇਰੋ, ਕਿਰਪਾ ਕਰਕੇ ਵਾਹਿਗੁਰੂ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖ ਲਓ, ਮੈਨੂੰ ਆਪਣਾ ਦਾਸ ਬਣਾ ਲਓ। ਮੈਂ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹਿ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਮੈਂ ਤੁਹਾਡੀ ਸ਼ਰਨ ਆਇਆ, ਤੁਹਾਨੂੰ ਕਿਰਪਾ ਕਰਕੇ ਬਚਾ ਲਓ। ਮੈਂ ਜਿਵੇਂ ਦਾ ਵੀ ਹਾਂ, ਬਸ ਤੁਹਾਡੀ ਸ਼ਰਨ ਆ ਗਿਆ ਹੁਣ। ਗੁਰੂ ਅਰਜਨ ਦੇਵ ਸਾਹਿਬ ਦਾ ਇੱਕ ਹੋਰ ਬੋਲ ਰਹਿਰਾਸ ਵਿੱਚ ਰੋਜ਼ ਪੜ੍ਹਦੇ ਹਾਂ, ਅਰਥਾਂ ਵੱਲ ਧਿਆਨ ਦੇਈਏ ਉਹਦਿਆਂ ਵੱਲ। ਜਪ ਤਪ ਸੰਜਮ ਧਰਮ ਨਾ ਕਮਾਇਆ। ਵਾਹਿਗੁਰੂ ਮੈਂ ਕੋਈ ਜਪ ਨਹੀਂ ਜੇ ਕੀਤਾ, ਕੋਈ ਮੇਰੇ ਪੱਲੇ ਤਪ ਨਹੀਂ, ਕੋਈ ਸੰਜਮ ਨਹੀਂ, ਕੋਈ ਸਤਿਪੁਰਖਾਂ ਦੀ ਸੇਵਾ ਨਹੀਂ, ਕੋਈ ਤੇਰਾ ਆਰਾਧਨ ਨਹੀਂ। ਗੋਬਿੰਦ ਹਮ ਐਸੇ ਅਪਰਾਧੀ, ਇਵੇਂ ਪੇਸ਼ ਕਰਨਾ ਹੈ ਜੀ ਉਹਦੇ ਅੱਗੇ ਆਪਣੇ ਆਪ ਨੂੰ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਦੀ। ਇਵੇਂ ਉਹਦੇ ਅੱਗੇ ਆ ਕੇ ਅਰਦਾਸ ਕਰਨੀ ਆ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਹੇ ਪਾਤਸ਼ਾਹ ਅਸੀਂ ਅਨੇਕਾਂ ਔਗੁਣਾਂ ਨਾਲ ਭਰੇ ਆ, ਕਿਰਪਾ ਕਰੋ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲਓ। ਰਹਾਓ
ਅਖੀਰਲਾ ਬੋਲਿਆ ਜੀ, ਬੇਸ਼ੁਮਾਰ ਬੇਅੰਤ ਸੁਆਮੀ ਉੱਚੋ ਗੁਣੀ ਗਹਿਰੋ। ਹੁਣ ਤੇਰੇ ਅੱਗੇ ਅਕਾਲ ਪੁਰਖ ਵਾਹਿਗੁਰੂ ਤਾਂ ਅਰਦਾਸ ਕਰ ਰਿਹਾ ਹਾਂ ਕਿਉਂਕਿ ਤੇਰੇ ਨਾਲ ਉੱਚਾ ਕੋਈ ਹੋਰ ਹੈ ਹੀ ਨਹੀਂ। ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕਉ ਜਾਣੈ ਸੋਏ। ਤੇਰੇ ਬਗੈਰ ਕੋਈ ਹੈ ਹੀ ਨਹੀਂ। ਤੁਸੀਂ ਬੇਸ਼ੁਮਾਰ ਹੋ, ਤੁਹਾਡਾ ਕਿਸੇ ਪ੍ਰਕਾਰ ਵੀ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਤੁਸੀਂ ਬੇਅੰਤ ਹੋ, ਬਹੁਤ ਉੱਚੇ ਹੋ, ਮੇਰੇ ਮਾਲਕ ਹੋ। ਇਹ ਅਕਾਲ ਪੁਰਖ ਵਾਹਿਗੁਰੂ, ਤੁਹਾਡੇ ਕੋਲ ਹੀ ਸਾਰੇ ਗੁਣ ਨੇ। ਤੁਸੀਂ ਸਰਬ ਕਲਾ ਸਮਰੱਥ ਹੋ। हे ਅਕਾਲ ਪੁਰਖ ਵਾਹਿਗੁਰੂ, ਮੇਰੇ ਤੇ ਕਿਰਪਾ ਕਰੋ। ਕਾਟ ਸਿਲਕ ਕੀਨੋ ਆਪਣੋ ਦਾਸਰੋ, ਤਉ ਨਾਨਕ ਕਹਾ ਨਿਹੋਰੋ। ਜੇ ਕਿਤੇ ਪਾਤਸ਼ਾਹ ਤੂੰ ਮੈਨੂੰ ਪ੍ਰਵਾਨ ਕਰ ਲੈ ਨਾ, ਜੇ ਕਿਤੇ ਮੇਰੇ ਤੇ ਨਦਰ ਦੀ ਮਿਹਰ ਦੀ ਨਜ਼ਰ ਪਾ ਦੇਵੇਂ, ਨਦਰ ਕਰ ਦੇਵੇਂ, ਨਦਰ ਤੋਂ ਭਾਵ ਬਖਸ਼ਿਸ਼, ਜੇ ਕਿਤੇ ਮੇਰੇ ਤੇ ਤੂੰ ਬਖਸ਼ਿਸ਼ ਕਰ ਦੇਵੇਂ ਤੇ ਪਾਤਸ਼ਾਹ ਜੀ ਫਿਰ ਸਾਰੇ ਦੇ ਸਾਰੇ ਵਿਕਾਰਾਂ ਦੀਆਂ ਫਾਹੀਆਂ ਤੇਰੀ ਕਿਰਪਾ ਨਾਲ ਕੱਟੀਆਂ ਜਾਣੀਆਂ, ਕਿਉਂਕਿ ਮੈਂ ਦਾਸ ਹੀ ਤੇਰਾ ਬਣ ਜਾਣਾ। ਜਦੋਂ ਮੈਂ ਤੇਰਾ ਦਾਸ ਬਣ ਗਿਆ ਤੇ ਕਿਸੇ ਵਿਕਾਰ ਦੀ ਕੀ ਮਜਾਲ ਆ ਕਿ ਉਹ ਮੇਰੇ ਕੋਲੋਂ ਆਪਣੀ ਮੁਥਾਜੀ ਕਰਵਾ ਲੈ। ਤੇ ਹੇ ਅਕਾਲ ਪੁਰਖ ਵਾਹਿਗੁਰੂ, ਜਦੋਂ ਮੈਂ ਤੁਹਾਡਾ ਦਾਸ ਬਣ ਗਿਆ, ਇਹ ਆਪਾਂ ਹਰ ਇੱਕ ਬੰਦੇ ਨੇ ਆਪੋ ਆਪਣੇ ਤਰੀਕੇ ਨਾਲ ਇਹ ਅਰਦਾਸ ਕਰਨੀ ਗੁਰੂ ਚਰਨਾਂ 'ਚ। ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਸਿਖਾ ਰਹੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਕਾਟ ਸਿਲਕ ਕੀਨੋ ਆਪਣੋ ਦਾਸਰੋ, ਤਉ ਨਾਨਕ ਕਹਾਂ ਨਿਹੋਰੋ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਹੇ ਪਰਮੇਸ਼ਰ ਸਾਹਿਬ, ਜਦੋਂ ਤੁਸੀਂ ਕਿਸੇ ਮਨੁੱਖ ਤੇ ਕਿਰਪਾ ਕਰਕੇ ਉਹਦੀ ਬੰਦ ਖਲਾਸੀ ਕਰ ਦਿੰਦੇ ਹੋ, ਵਿਕਾਰਾਂ ਵਾਲੇ ਪਾਸਿਓਂ ਉਹਨੂੰ ਹੋੜ ਲੈਂਦੇ ਹੋ, ਮੋੜ ਲੈਂਦੇ ਹੋ, ਇਹਨੂੰ ਸਾਹਿਬਾਂ ਆਖਿਆ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ, ਨਾਮ ਪਰਿਓ ਭਗਤ ਗੋਬਿੰਦ ਕਾ। ਜਦੋਂ ਉਹਦੇ ਦਾਸ ਬਣ ਜਾਗੇ ਨਾ, ਫਿਰ ਉਹ ਸਾਡੀ ਲਾਜ ਨਹੀਂ ਰਹਿ ਜਾਣੀ, ਫਿਰ ਉਹ ਲਾਜ ਉਹਦੀ ਆ। ਵਾਹਿਗੁਰੂ, ਲੋਕ ਤੇਰਾ ਭਗਤ ਕਹਿਣ ਲੱਗ ਪਏ ਨੇ, ਲੋਕ ਕਹਿੰਦੇ ਨੇ ਇਹ ਉਹਦਾ ਦਾਸ ਹੈ। ਇਸ ਕਰਕੇ ਹੀ ਪਾਤਸ਼ਾਹ ਕਿਰਪਾ ਕਰੋ, ਮੈਨੂੰ ਆਪਣਾ ਦਾਸ ਬਣਾ ਲਓ। ਤੇ ਜਿਹਨੂੰ ਤੁਸੀਂ ਆਪਣੇ ਦਾਸ ਬਣਾ ਲੈਂਦੇ ਹੋ, ਸਤਿਗੁਰੂ ਸਾਹਿਬ ਮਹਾਰਾਜ ਜੀ, ਉਹਨੂੰ ਕਿਸੇ ਦੀ ਮੁਥਾਜੀ ਨਹੀਂ ਰਹਿ ਜਾਂਦੀ। ਉਹ ਆਪਣਾ ਜੀਵਨ ਫਿਰ ਚੜ੍ਹਦੀ ਕਲਾ ਦੇ ਨਾਲ ਬਤੀਤ ਕਰਦਾ ਹੈ। ਇਹ ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ ਸਾਹਿਬ ਆਪਾਂ ਸਮਝਣ ਦਾ, ਵਿਚਾਰਨ ਦਾ ਯਤਨ ਕੀਤਾ ਹੈ। ਵਿਚਾਰਦਿਆਂ ਹੋਇਆਂ ਭੁੱਲਾਂ ਹੋਣੀਆਂ ਸੁਭਾਵਿਕ ਨੇ, ਕਿਉਂਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਕੇਵਲ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਹੀ ਕਦੇ ਨਹੀਂ ਭੁੱਲ